सत श्री अकाल जी, मैं हाँ गगनदीप सिंह आनंदपुरी ते तुसी देख रहे हो गुड मॉर्निंग संगत लाइव प्रोग्राम। ये साडा रोजाना का प्रोग्राम होंदा है। जिस तरह तुहानूं पता ही है कि ये पंजाब दे नाल लगते चंडीगढ़ तो जिहड़ा है टैलीकास्ट किया जाता है ते दर्शकों नूं बड़ी बेसब्री दे नाल इस प्रोग्राम का जिहड़ा आ इंतज़ार रहिंदा आ ते ओह जिहड़ियां इंतज़ार दियां हुण घड़ियां खत्म हो चुकियां। असीं तुहाडे लई लैके जिहड़ा हाज़र है गुड मॉर्निंग संगत लाइव प्रोग्राम। इक्को एक जिहड़ा ये प्रोग्राम है जिहदे विच हक सच निरधक होके ते निरपक्ष होके जिहड़े आ गल कीती जांदी है ते किसी भी जिहड़ा सियासी पार्टी तो जां असीं कह दो किसी भी दबाव तो जिहड़े आ मुक्त है। एक वधिया जिहड़ा विचार है ना तो वो किसी नूं धार्मिक समाजिक ते आधुनिक किसी भी पक्ष तो जिहड़ा आ उहदा निरपक्ष फैसला जिहड़ा करके जिहड़ी आ असीं हक सच दी आवाज़ नूं जिहड़ा बुलंद करते हैं। ते आओ असीं प्रोग्राम नूं अगे वधाईए। जिवें साडे प्रोग्राम नूं अगे वधाउण दे विच जिहड़ा साडा पहला प्रोग्राम हुंदा आ ओह हुंदा आ कि असीं हैल्थ टिप्स ते हैल्थ टिप्स देण तो पहला मैं अज दे दिन की गल करां कि अज दा जो दिन है, अज दा दिन 28 फरवरी यानी कि सोमवार 2022 तो जे देसी महीने की गल करिए तो देसी महीने की जी 17 फग्गण जोड़ा नानक शाही 500 संमत। तो प्रोग्राम नूं असीं अगे वधाईए तो अज दे हैल्थ टिप्स दे विच असीं जिहड़ा तुहानूं देसी नुस्खे जां अज दे सरीरक संबंधी जो वीडियोज़ देण वाले हैं असीं उहदे विच इह है कि जे सरीरक तंदुरुस्ती चाहिदी है तुहानूं तां तुहानूं कसरत करनी चाहिदी है। पर कसरत दे सानू नुकसान भी हो सकते हैं। असी किस तरह कसरत करनी है, कसरत दे सानू जिहड़े आ फायदे की होने वाले ने, जां सानू कसरत किवें करनी चाहिदी है। जे साडा भार वधदा तो उसनूं घटाउण वास्ते सानू की करना चाहिदा है, जे साडा भार घट है तो वधाउण वास्ते सानू जिहड़ा आ वो की करना चाहिदा। इस तरह का जिहड़ा वीडियो सेहत संबंधी जिहड़ा आ अज असीं तुहाडे नाल साझा करांगे। आओ देखदे हां वीडियो ते फिर गलबात करदे हां अगे। ਤੇ ਦਰਸ਼ਕੋ ਲਓ ਹੁਣ ਸੁਣੋ ਸਿਹਤ ਸੰਬੰਧੀ ਜਾਣਕਾਰੀ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਭਾਰ ਘਟਾਉਣ ਲਈ ਡਾਈਟ ਜ਼ਰੂਰੀ ਹੈ ਜਾਂ ਫਿਰ ਕਸਰਤ। ਜਾਣੋ ਕੀ ਕਹਿੰਦੇ ਨੇ ਮਾਹਰ। ਸਾਨੂੰ ਇਹ ਤਾਂ ਪਤਾ ਹੈ ਕਿ ਭਾਰ ਘਟਾਉਣ ਲਈ ਕਸਰਤ ਕਰਨਾ ਬਹੁਤ ਜ਼ਰੂਰੀ ਹੈ। ਜਿੰਨੀਆਂ ਜ਼ਿਆਦਾ ਕੈਲੋਰੀਜ਼ ਤੁਸੀਂ ਬਰਨ ਕਰੋਗੇ ਤੁਹਾਡਾ ਸਰੀਰ ਉਨਾ ਹੀ ਜ਼ਿਆਦਾ ਫਿਟ ਤੇ ਪਤਲਾ ਹੋ ਸਕਦਾ ਹੈ। ਅਸੀਂ ਆਪਣੇ ਸਰੀਰ ਵਿੱਚ ਕਿੰਨੀਆਂ ਕੈਲੋਰੀਜ਼ ਲੈਂਦੇ ਹਾਂ ਤੇ ਕਿੰਨੀਆਂ ਕੈਲੋਰੀਜ਼ ਬਰਨ ਕਰਦੇ ਹਾਂ, ਇਸ ਦੇ ਅਨੁਪਾਤ ਨਾਲ ਹੀ ਅਸੀਂ ਆਪਣੇ ਸਰੀਰ ਦੀ ਚਰਬੀ ਨੂੰ ਘਟਾ ਸਕਦੇ ਹਾਂ। ਵਜ਼ਨ ਘਟਾਉਣ ਦਾ ਇਹ ਫਾਰਮੂਲਾ ਮਸ਼ਹੂਰ ਫਿਟਨੈਸ ਮਾਹਿਰਾਂ ਤੋਂ ਲੈ ਕੇ ਫਿਟਨੈਸ ਐਪਸ, ਸੋਸ਼ਲ ਮੀਡੀਆ ਆਦਿ ਤੱਕ ਹਰ ਥਾਂ ਦੱਸਿਆ ਗਿਆ ਹੈ। ਖਾਸ ਤੌਰ ਤੇ ਕਰੋਨਾ ਦੇ ਦੌਰ ਵਿੱਚ ਹਰ ਕਿਸੇ ਨੇ ਅਜਿਹੇ ਮਾਹਿਰਾਂ ਦੇ ਸੁਝਾਅ ਸੁਣੇ ਹਨ, ਪਰ ਵਿਗਿਆਨ ਦੀ ਖੋਜ ਕੁਝ ਹੋਰ ਹੀ ਦੱਸਦੀ ਹੈ। ਖੋਜ ਵਿੱਚ ਪਾਇਆ ਗਿਆ ਕਿ ਸਿਰਫ ਕਸਰਤ ਦੀ ਮਦਦ ਨਾਲ ਭਾਰ ਘਟਾਉਣਾ ਅਸੰਭਵ ਹੈ। ਮਸ਼ਹੂਰ ਵਿਗਿਆਨੀਆਂ, ਮਾਹਰਾਂ, ਪੋਸ਼ਣ ਵਿਗਿਆਨੀਆਂ ਨੇ ਆਪਣੀ ਖੋਜ ਵਿੱਚ ਪਾਇਆ ਹੈ ਕਿ ਅਸੀਂ ਆਪਣੇ ਭੋਜਨ ਤੋਂ 100% ਊਰਜਾ ਪ੍ਰਾਪਤ ਕਰਦੇ ਹਾਂ, ਜਦੋਂ ਕਿ ਅਸੀਂ ਆਪਣੀਆਂ ਸਰੀਰਕ ਗਤੀਵਿਧੀਆਂ ਦੀ ਮਦਦ ਨਾਲ ਸਿਰਫ 10 ਤੋਂ 30% ਊਰਜਾ ਖਰਚ ਕਰ ਪਾਉਂਦੇ ਹਾਂ। ਖੋਜ ਵਿੱਚ ਇਹ ਵੀ ਪਾਇਆ ਗਿਆ ਕਿ ਕਸਰਤ ਦੀ ਮਦਦ ਨਾਲ ਅਸੀਂ ਬਹੁਤ ਘੱਟ ਮਾਤਰਾ ਵਿੱਚ ਕੈਲੋਰੀ ਬਰਨ ਕਰਨ ਦੇ ਯੋਗ ਹੁੰਦੇ ਹਾਂ। ਦਰਅਸਲ ਸਾਡਾ ਸਰੀਰ ਕਈ ਹੋਰ ਕੁਦਰਤੀ ਤਰੀਕਿਆਂ ਨਾਲ ਊਰਜਾ ਨੂੰ ਬਰਨ ਕਰਦਾ ਹੈ, ਜਿਸ ਵੱਲ ਅਸੀਂ ਧਿਆਨ ਵੀ ਨਹੀਂ ਦਿੰਦੇ। ਤੁਹਾਨੂੰ ਦੱਸ ਦਈਏ ਕਿ ਜਦੋਂ ਅਸੀਂ ਸਾਹ ਲੈਂਦੇ ਹਾਂ ਤਾਂ ਇਹ ਵੀ ਸਾਡੀ ਕੈਲੋਰੀ ਬਰਨ ਹੁੰਦੀ ਹੈ। ਇਸ ਤੋਂ ਇਲਾਵਾ ਖੂਨ ਦੇ ਪ੍ਰਵਾਹ, ਸਰੀਰ ਦੇ ਤਾਪਮਾਨ ਨੂੰ ਨਿਯਮਿਤ ਕਰਨ, ਪਾਚਨ ਕਿਰਿਆ ਆਦਿ ਕਾਰਨ ਵੀ ਸਾਡੇ ਸਰੀਰ ਦੀਆਂ ਕੈਲੋਰੀਜ਼ ਖਰਚ ਹੁੰਦੀਆਂ ਹਨ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਕਸਰਤ ਦੀ ਮਦਦ ਨਾਲ ਸਰੀਰ ਇਹਨਾਂ ਸਭ ਦੇ ਮੁਕਾਬਲੇ ਬਹੁਤ ਘੱਟ ਕੈਲੋਰੀ ਬਰਨ ਕਰਨ ਦੇ ਯੋਗ ਹੁੰਦਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਭਾਰ ਵਧਣਾ ਤੇ ਘਟਣਾ ਇੱਕ ਗੁੰਝਲਦਾਰ ਪ੍ਰਕਿਰਿਆ ਹੈ ਜੋ ਤੁਹਾਡੇ ਜੈਨੇਟਿਕਸ, ਜੀਵਨ ਸ਼ੈਲੀ, ਵਾਤਾਵਰਣ, ਖੁਰਾਕ ਦੇ ਤੱਤਾਂ ਆਦਿ ਤੇ ਵੀ ਨਿਰਭਰ ਕਰਦੀ ਹੈ। ਤੁਹਾਨੂੰ ਦੱਸ ਦਈਏ ਕਿ ਕਸਰਤ ਦੇ ਵੱਖ-ਵੱਖ ਸਰੀਰਾਂ ਤੇ ਵੱਖ-ਵੱਖ ਪ੍ਰਭਾਵ ਹੋ ਸਕਦੇ ਹਨ। ਹੋ ਸਕਦਾ ਹੈ ਕਿ ਕਸਰਤ ਕਰਨ ਵਾਲਾ ਵਿਅਕਤੀ ਜਲਦੀ ਭਾਰ ਘਟਾ ਸਕਦਾ ਹੈ ਜਾਂ ਕਈਆਂ ਨੂੰ ਬਹੁਤ ਸਮਾਂ ਲੱਗ ਸਕਦਾ ਹੈ। ਅਸਲ ਵਿੱਚ ਲੋਕ ਅਜੇ ਵੀ ਭਾਰ ਘਟਾਉਣ ਵਿੱਚ ਕਸਰਤ ਦੇ ਪ੍ਰਭਾਵ ਨੂੰ ਲੈ ਕੇ ਪੂਰੀ ਤਰ੍ਹਾਂ ਸਪਸ਼ਟ ਨਹੀਂ ਹਨ। ਬਹੁਤ ਸਾਰੇ ਲੋਕ ਕਸਰਤ ਕਰਨ ਤੋਂ ਬਾਅਦ ਭੁੱਖ ਮਹਿਸੂਸ ਕਰਦੇ ਨੇ ਤੇ ਬਿਨਾਂ ਚਿੰਤਾ ਕੀਤੇ ਭੋਜਨ ਖਾਂਦੇ ਹਨ। ਜ਼ਿਆਦਾ ਕੈਲੋਰੀ ਲੈਣ ਨਾਲ ਉਹਨਾਂ ਦਾ ਭਾਰ ਘੱਟ ਹੋਣ ਦੀ ਬਜਾਏ ਵਧਣ ਲੱਗਦਾ ਹੈ। ਭਾਰ ਘਟਾਉਣ ਲਈ ਖੁਰਾਕ ਨੂੰ ਸਭ ਤੋਂ ਮਹੱਤਵਪੂਰਨ ਤੱਤ ਮੰਨਿਆ ਜਾਂਦਾ ਹੈ। ਅਸੀਂ ਜੋ ਵੀ ਖਾਂਦੇ ਹਾਂ ਸਾਡਾ ਸਰੀਰ ਉਹੋ ਜਿਹਾ ਬਣ ਜਾਂਦਾ ਹੈ। ਭਾਰਤ ਤੇ ਅਮਰੀਕਾ ਵਰਗੇ ਦੇਸ਼ਾਂ ਵਿੱਚ ਕਾਰਬੋਹਾਈਡਰੇਟ ਯੁਕਤ ਭੋਜਨ ਖਾਣ ਦੀ ਪਰੰਪਰਾ ਹੈ, ਜਿਸ ਕਾਰਨ ਇਹਨਾਂ ਦੇਸ਼ਾਂ ਵਿੱਚ ਮੋਟਾਪੇ ਦੀ ਸਮੱਸਿਆ ਦੇਖੀ ਜਾ ਸਕਦੀ ਹੈ। ਜਦੋਂ ਤੱਕ ਅਸੀਂ ਆਪਣੀ ਖੁਰਾਕ ਨੂੰ ਫਿਟਨੈਸ ਦੇ ਮੁਤਾਬਕ ਸਹੀ ਨਹੀਂ ਰੱਖਦੇ ਉਦੋਂ ਤੱਕ ਸਾਡਾ ਭਾਰ ਕੰਟਰੋਲ ਨਹੀਂ ਕੀਤਾ ਜਾ ਸਕਦਾ। ਵੈਸੇ ਇਹ ਕਹਿਣਾ ਬਿਲਕੁਲ ਗਲਤ ਹੋਵੇਗਾ ਕਿ ਭਾਰ ਘਟਾਉਣ ਲਈ ਕਸਰਤ ਦਾ ਕੋਈ ਫਾਇਦਾ ਨਹੀਂ ਹੈ। ਅਸਲ ਵਿੱਚ ਜਦੋਂ ਅਸੀਂ ਜ਼ਿਆਦਾ ਸਰੀਰਕ ਗਤੀਵਿਧੀ ਕਰਦੇ ਹਾਂ ਤਾਂ ਇਹ ਮਨ ਤੇ ਸਰੀਰ ਦੋਵਾਂ ਦੀ ਬਿਹਤਰ ਸਿਹਤ ਵਿੱਚ ਮਦਦ ਕਰਦਾ ਹੈ। ਹਾਂ, ਅਸੀਂ ਇਹ ਕਹਿ ਸਕਦੇ ਹਾਂ ਕਿ ਖੁਰਾਕ ਨੂੰ ਬਣਾਏ ਰੱਖੇ ਬਿਨਾਂ ਕਸਰਤ ਨਾਲ ਭਾਰ ਘਟਾਉਣਾ ਬਹੁਤ ਮੁਸ਼ਕਿਲ ਹੈ। ਜੇਕਰ ਤੁਸੀਂ ਭਾਰ ਘਟਾਉਣ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਪਹਿਲਾਂ ਆਪਣੀ ਡਾਈਟ ਵਿੱਚ ਉਹਨਾਂ ਚੀਜ਼ਾਂ ਨੂੰ ਸ਼ਾਮਲ ਕਰੋ ਜਿਨ੍ਹਾਂ ਵਿੱਚ ਕੈਲੋਰੀ ਘੱਟ
ਕਾਰਬੋਹਾਈਡਰੇਟਸ ਤੇ ਸ਼ੂਗਰ ਘੱਟ ਹੋਵੇ। ਇਸ ਤੋਂ ਇਲਾਵਾ ਆਪਣੀ ਖੁਰਾਕ ਵਿੱਚ ਫਲਾਂ ਤੇ ਸਬਜ਼ੀਆਂ ਦਾ ਸੇਵਨ ਵਧਾਉਣਾ ਬਹੁਤ ਜ਼ਰੂਰੀ ਹੈ। ਤੁਸੀਂ ਜੋ ਖਾ ਰਹੇ ਹੋ ਉਸ ਵਿੱਚ ਬਦਲਾਅ ਕਰੋ ਤੇ ਧਿਆਨ ਦਿਓ ਕਿ ਤੁਸੀਂ ਕਿੰਨਾ ਤੇ ਕੀ ਖਾ ਰਹੇ ਹੋ। ਇਸ ਨੂੰ ਅਪਣਾ ਕੇ ਤੁਸੀਂ ਆਪਣਾ ਭਾਰ ਕਾਫੀ ਹੱਦ ਤੱਕ ਘੱਟ ਕਰ ਸਕਦੇ ਹੋ। ਅਸੀਂ ਇਸ ਵੀਡੀਓ ਦੇ ਵਿੱਚ ਦੇਖਿਆ ਕਿ ਕਸਰਤ ਦੇ ਸਾਨੂੰ ਕੀ ਲਾਭ ਹੋਣ ਵਾਲੇ ਨੇ ਤੇ ਕੀ ਜਿਹੜੇ ਆ ਨੁਕਸਾਨ ਹੋਣ ਵਾਲੇ ਨੇ। ਤੇ ਜੇਕਰ ਅਸੀਂ ਗੱਲ ਕਰੀਏ ਕਿ ਕਸਰਤ ਸਾਨੂੰ ਜਿਹੜੀ ਆ ਉਹ ਹਮੇਸ਼ਾ ਲਾਭ ਦਿੰਦੀ ਆ ਤੇ ਇਹ ਵੀ ਜਿਹੜਾ ਸਾਡਾ ਸੋਚਣਾ ਉਹ ਗਲਤ ਹੈ, ਕਿਉਂਕਿ ਸਾਨੂੰ ਕਸਰਤ ਜਿਹੜਾ ਆ ਐਕਸਰਸਾਈਜ਼ ਜਿਹੜਾ ਆ ਸਾਨੂੰ ਕਰਨ ਬਾਰੇ ਵੀ ਪਤਾ ਹੋਣਾ ਚਾਹੀਦਾ ਆ। ਕਿਉਂਕਿ ਕਈ ਵਾਰ ਇੱਦਾਂ ਦਾ ਦੇਖਿਆ ਜਾਂਦਾ ਆ ਤੇ ਜਦੋਂ ਅਸੀਂ ਜਿਮ 'ਚ ਜਾਂਦੇ ਹਾਂ ਤਾਂ ਲੋਕਾਂ ਦੇ ਵਿੱਚ ਇੱਕ ਵੱਡੀ ਗੱਲ ਹੁੰਦੀ ਆ ਮਨ ਦੇ ਵਿੱਚ ਕਿ ਅਸੀਂ ਜਿੰਨਾ ਵੱਧ ਵੇਟ ਚੱਕਾਂਗੇ ਨਾ ਤਾਂ ਲੋਕੀ ਸਾਡੇ 'ਤੇ ਜਿਹੜਾ ਆ ਉਹਨਾਂ ਪ੍ਰਭਾਵ ਪਊਗਾ ਕਿ ਵੱਧ ਵੇਟ ਚੱਕਦਾ ਆ, ਬੈਂਚ ਪ੍ਰੈਸ ਇੰਨੀ ਲਾਉਂਦਾ ਆ, ਇਨਕਲਾਈਨ ਡੰਬਲ ਜਿਹੜਾ ਆ ਉਹ ਵੱਧ ਲਾ ਰਿਹਾ ਆ। ਯਾਨੀ ਕਿ ਵੱਧ ਵੇਟ ਚੱਕਣਾ ਹੀ ਜਿਹੜਾ ਉਹ ਐਕਸਰਸਾਈਜ਼ ਨਹੀਂ ਹੁੰਦਾ। ਇਸ ਦੇ ਨਾਲ ਜਿਹੜਾ ਆ ਕਈ ਤਰ੍ਹਾਂ ਦੀਆਂ ਪ੍ਰੋਬਲਮ ਸ਼ੁਰੂ ਹੋ ਜਾਂਦੀਆਂ ਨੇ। ਜਿਹੜੇ 18 ਸਾਲ ਤੋਂ ਘੱਟ ਜਿਹੜੇ ਨੌਜਵਾਨ ਹੁੰਦੇ ਨੇ ਜਾਂ ਜਿਹੜੀਆਂ ਬੀਬੀਆਂ ਹੁੰਦੀਆਂ ਨੇ, ਜੇ ਉਹ ਜਿਮ ਦੇ ਵਿੱਚ ਜਾਂਦੀਆਂ ਨੇ ਤਾਂ ਉਹ ਵੱਧ ਜਿਹੜਾ ਆ ਵੇਟ ਚੱਕਦੀਆਂ ਨੇ। ਇਸ ਕਰਕੇ ਜਿਹੜਾ ਉਹਨਾਂ ਦਾ ਸਰੀਰਕ ਵਾਧਾ ਆ ਜਿਹੜਾ ਉਹ ਵੀ ਘੱਟ ਜਾਂਦਾ ਆ, ਰੁਕ ਜਾਂਦਾ ਆ ਤੇ ਜਿਹੜਾ ਆ ਹੱਡੀਆਂ ਜਿਹੜੀਆਂ ਨੇ ਉਹ ਕਮਜ਼ੋਰ ਜਿਹੜੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਤੇ ਇਸੇ ਕਰਕੇ ਜਿਸ ਤਰ੍ਹਾਂ ਜਿਹੜਾ ਆ ਜਿਮ ਦਾ ਜਿਹੜਾ ਕੋਚ ਹੈ ਤੁਹਾਨੂੰ ਜਿਹੜਾ ਆ ਇੱਕ ਸੁਚੱਜੇ ਢੰਗ ਦੇ ਨਾਲ ਜਿਹੜਾ ਕਸਰਤ ਕਰਨ ਦੇ ਲਈ ਤੁਹਾਨੂੰ ਜਿਹੜਾ ਆ ਉਹ ਸਲਾਹ ਦੇਗਾ, ਉਸੇ ਤਰ੍ਹਾਂ ਜਿਹੜਾ ਆ ਉਹ ਕਸਰਤ ਨੂੰ ਕਰਨਾ ਹੈ। ਜੇ ਤੁਸੀਂ ਘਰੇਲੂ ਕਸਰਤ ਕਰਦੇ ਹੋ ਜਾਂ ਇਹ ਵੀ ਕਹਿ ਸਕਦੇ ਹੋ ਕਿ ਜਿਸ ਤਰ੍ਹਾਂ ਸਾਨੂੰ ਪਤਾ ਆ ਕਿ ਅਸੀਂ ਸਕੂਲਾਂ ਦੇ ਵਿੱਚ ਵੀ ਪੀਟੀ ਕਰਦੇ ਸੀਗੇ, ਉਹਦੇ ਵਿੱਚ ਹਲਕੀਆਂ ਫੁਲਕੀਆਂ ਜਿਹੜੀਆਂ ਐਕਸਰਸਾਈਜ਼ਾਂ ਸਾਨੂੰ ਦੱਸੀਆਂ ਜਾਂਦੀਆਂ ਸੀ, ਅਸੀਂ ਉਹਨਾਂ ਨੂੰ ਘਰੇਲੂ ਕਰਕੇ ਵੀ ਜਿਹੜਾ ਆ ਆਪਣੇ ਸਰੀਰ ਨੂੰ ਜਿਹੜਾ ਆ ਉਹ ਨਿਰੋਗ ਰੱਖ ਸਕਦੇ ਹਾਂ। ਇਹ ਨਹੀਂ ਆ ਕਿ ਅਸੀਂ ਭਾਰੀਆਂ ਜਿਹੜੀਆਂ ਚੀਜ਼ਾਂ ਚੱਕਣੀਆਂ ਜਾਂ ਭਾਰੀ ਐਕਸਰਸਾਈਜ਼ ਕਰਨੀ, ਹੈਵੀ ਵੇਟ ਚੱਕਣਾ ਹੀ ਸਾਡੀ ਜਿਹੜੀ ਆ ਜ਼ਿੰਦਗੀ ਦੀ ਜਿਹੜੀ ਆ ਅਸਲੀ ਐਕਸਰਸਾਈਜ਼ ਹੈ। ਨਹੀਂ, ਤੁਸੀਂ ਜਿਹੜਾ ਆ ਵਾਕ ਕਰਕੇ ਵੀ ਜਿਹੜਾ ਐਕਸਰਸਾਈਜ਼ ਵਧੀਆ ਤਰੀਕੇ ਨਾਲ ਕਰ ਸਕਦੇ ਹੋ। ਜਾਂ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਤੁਸੀਂ ਆਪਣਾ ਘਰ ਦਾ ਜਿਹੜਾ ਘਰੇਲੂ ਕੰਮ ਹੈ ਉਸ ਨੂੰ ਨਿਪਟਾਉਣ ਦੇ ਵਿੱਚ ਵੀ ਉਹ ਵੀ ਇੱਕ ਤਰ੍ਹਾਂ ਦੀ ਜਿਹੜੀ ਉਹ ਐਕਸਰਸਾਈਜ਼ ਹੀ ਹੁੰਦੀ ਹੈ। ਐਕਸਰਸਾਈਜ਼ ਦਾ ਮਤਲਬ ਹੀ ਇਹ ਹੁੰਦਾ ਆ ਕਿ ਜਿਸ ਬਾਡੀ ਦੇ ਪਾਰਟ ਨੂੰ ਤੁਸੀਂ ਵਿਕਸਿਤ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਉਸ ਨੂੰ ਘਟਾਉਣਾ ਚਾਹੁੰਦੇ ਹੋ, ਤੁਸੀਂ ਉਹਦੇ ਮੁਤਾਬਿਕ ਹੀ ਜਿਹੜੀ ਆ ਵਰਜਿਸ਼ ਕਰਨੀ ਆ, ਤੁਸੀਂ ਐਕਸਰਸਾਈਜ਼ ਕਰਨੀ ਆ। ਸਾਡੇ ਨਾਲ ਜਿਹੜੇ ਕਾਲਰ ਕਾਲ 'ਤੇ ਨੇ ਤੇ ਗੱਲਬਾਤ ਕਰਦੇ ਹਾਂ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਸਿੰਦਰ ਦਾਦਾ ਬੋਲਦਾ ਗਿਆਪੁਰ ਤੋਂ। ਹਾਂਜੀ, ਐਕਸਰਸਾਈਜ਼ ਕਰਨੀ ਵੀ ਜ਼ਰੂਰੀ ਹੈਗੀ ਆ ਤੇ ਜਿਹੜਾ ਖਾਣਾ ਅਸੀਂ ਖਾਂਦੇ ਆ ਹਾਂਜੀ, ਉਹ ਵੀ ਦੇਖ ਕੇ ਖਾਓ ਅਸੀਂ ਕੀ ਖਾ ਰਹੇ ਹਾਂ। ਹਾਂਜੀ, ਜੇ ਅਸੀਂ ਮੈਂ ਇੱਕ ਜਗ੍ਹਾ ਤੇ ਕੱਲ ਗਿਆ, ਉਹਦਾ ਨਾਮ ਸੀਗਾ ਲੂਣੀ ਦਰਬਾਰ। ਉਹ ਸਾਰੇ ਸੀਗੇ ਲੋਨਲੀ, ਬੜੇ ਸੀਗੇ ਸੈਡ। ਉਹ ਕਹਿੰਦੇ ਸੱਚੇ ਪਾਤਸ਼ਾਹ ਸਾਡੇ ਨਾਲ ਸਾਡਾ ਦੁੱਖ ਵਰਤਾਲਾ। ਹਾਂਜੀ, ਉੱਥੇ ਲੱਗੇ 2 ਫੋਟੋ। ਹਾਂਜੀ, ਉੱਤੇ ਸੀ ਸਤਿਗੁਰੂ ਨਾਨਕ ਜੀ, ਨੀਚੇ ਸੀ ਦਰਸ਼ਨ ਦੇਖ ਜੀਵਾ ਗੁਰ ਤੇਰਾ। ਹਾਂਜੀ, ਤੇ ਸਾਰੇ ਦੁੱਖ ਵਟਾਉਣ ਲਈ। ਤੇ ਮੈਂ ਜੋ ਦੇਖਿਆ ਬੜੇ ਦੁਖੀ ਹੈਗੇ ਲੋਕ। ਹਾਂਜੀ, ਜੋ ਉੱਥੇ ਸੇਵਾ ਤਾਂ ਪਈ, ਬੜਾ ਉੱਚੀ ਪ੍ਰੋਗਰਾਮ ਸੀਗਾ। ਹਾਂਜੀ, ਲੰਗਰ ਸੀ। ਹਾਂਜੀ, ਚਾਹ ਵੀ ਉੱਥੇ ਸ਼ੂਗਰ ਦੀ ਭਰੀ ਪਈ, ਫੁੱਲ ਆਫ ਸ਼ੁਕਾਰੀ। ਹਾਂਜੀ, ਤੇ ਰਸਗੁੱਲੇ, ਗੁਲਾਬ ਜਾਮਨ, ਜਲੇਬੀਆਂ, ਕੋਕ। ਉਹ ਜਿਹੜੇ ਬੰਦੇ ਬਿਮਾਰ ਹੈਗੇ ਆ ਉਹ ਜੇ ਕਹਿੰਦੇ ਲੰਗਰ, ਉਹ ਤਾਂ ਘਰ ਜਾ ਕੇ ਸ਼ੂਗਰ ਹਾਈ ਉਹ ਤਾਂ ਮਰ ਜਾਣਗੇ ਵਿਚਾਰੇ। ਬਿਲਕੁਲ ਜੀ, ਬਿਲਕੁਲ। ਸਾਨੂੰ ਸੋਚੇਦਾ ਕੀ ਖਿਲਾ ਰਹੇ, ਲੰਗਰ ਦਾ ਕੀ ਮਤਲਬ ਹੈਗਾ। ਹਾਂਜੀ, ਲੰਗਰ ਹੁੰਦਾ ਪੈਸੇ ਦੇ ਕੇ ਲਾਓ, ਬਿਲਕੁਲ ਜੀ, ਖਰੀਦੋ। ਬਿਲਕੁਲ, ਜਿਹੜੀ ਚੀਜ਼ ਤੋਂ ਫ੍ਰੀ ਖਾਂਦੇ ਆ ਇਟਸ मीनिंगलेस। ਉਹਨੇ ਕਿਹਾ ਪੰਚਮ ਨਾਮ ਸਭ ਤੋਂ ਬੜਾ, ਇਸ ਤੋਂ ਬੜਾ ਨਾ ਕੋਈ। ਇਹ ਸਾਰੇ ਕਹਿੰਦੇ ਸਾਨੂੰ ਪਤਾ, ਅੱਜ ਤੁਹਾਨੂੰ ਦੱਸਦਾ ਇਹ ਜੋਤ ਨਿਰੰਜਨ ਹੰਕਾਰ ਰਾਰੰਕਾਰ ਸੋਹੰ ਸਤਨਾਮ, ਇਹਦੇ 4 ਮੀਨਿੰਗ ਆ। ਕਹਿੰਦਾ ਖੀਰੀ ਦੀਵਾਰ ਤੇ ਚੜ੍ਹਦੀ ਆ, ਉਹ ਫੇਰ ਗਿਰਦੀ ਆ, ਫੇਰ ਚੜ੍ਹਦੀ, ਜੋ ਪ੍ਰੈਸ਼ਰ ਫਿਰ ਤਾਂ ਚੜ੍ਹ ਜਾਂਦੀ। ਜਿਹੜੀ ਮੱਖੜੀ ਹੁੰਦੀ ਉਹ ਜਾਲ ਵਿਛਾਉਂਦੀ ਆ ਬੈਟਸਮੈਨ ਨੂੰ, A to B, ਉਹ ਫਿਰ ਗਿਰਦੀ ਹੈਗੀ। ਕਿਸੇ ਪੰਜ ਮਛਲੀ ਚਾਲ, ਮਛਲੀ ਉੱਚੇ ਪੰਜ ਉੱਪਰ ਜਾ ਸਕਦੀ ਆ। ਬਿਲਕੁਲ ਜੀ। ਤੇ ਚੌਥੇ ਬਰਡ ਚਾਲ ਸੋਹੰ, ਜਦੋਂ ਤੂੰ ਮੁਰਸ਼ਦ ਦੇ ਨਾਲ ਮਿਲ ਜਾਣਾ ਆਪਣੇ ਸਤਿਗੁਰ ਦੇ ਨਾਲ, ਉਹ ਫਿਰ ਤੁਹਾਨੂੰ ਇੱਕ ਬਣਾ ਲੈਂਦਾ ਹੈਗਾ। You are fit enough to be sit on my seat. No one will tease you. ਇਹ ਹੈ ਅਸਲੀਅਤ, ਕਾਰਜਾਂ ਦਾ ਇਰਾਦਾ। ਵਾਪਸ ਆਉਣ ਸੱਚੇ ਹੋਣਾ ਪੈਂਦਾ। ਸਾਰੇ ਬਾਅਦ ਐਕਸਟਰਨਲ ਚੀਜ਼ਾਂ ਨਹੀਂ ਦੇਖਦਾ, ਲੰਬੀ ਦਾੜੀ ਹੋਵੇ ਜਾਂ ਪੱਗ ਹੋਵੇ ਜਾਂ ਕੜਾ ਪਾਏ, ਕਿਰਪਾਨ। It's meaningless. It's an ideal of love, devotion and forgiveness. ਬਿਲਕੁਲ ਜੀ। ਜੇ ਇਹ ਚੀਜ਼ਾਂ ਮੰਨੀਆਂ, ਬਾਕੀ ਚੀਜ਼ਾਂ ਮਟੀਰੀਅਲ meaningless।
ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਸਾਡਾ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ। ਗੱਲਾਂ ਬਾਤਾਂ 'ਚ ਹਰ ਵਾਰ ਦੀ ਤਰ੍ਹਾਂ ਮੈਂ ਭੁੱਲ ਜਾਂਦਾ ਕਿ ਮੇਰੇ ਨਾਲ ਇੱਥੇ ਮੇਰੇ ਸਾਥੀ ਰੂਹੀ ਗਰੋਵਰ ਜੀ ਨੇ। ਆਓ ਉਹਨਾਂ ਦੇ ਨਾਲ ਜਿਹੜਾ ਆ ਮਿਲ ਕੇ ਜਿਹੜਾ ਆ ਅਗਲਾ ਪ੍ਰੋਗਰਾਮ ਹੈ ਉਹ ਅਸੀਂ ਪ੍ਰੋਗਰਾਮ ਨੂੰ ਅੱਗੇ ਵਧਾਈਏ। ਹਾਂਜੀ ਜੀ, ਗੁੱਡ ਮਾਰਨਿੰਗ ਸੰਗਤ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਤੇ ਹਮੇਸ਼ਾ ਵਾਂਗ ਆਪਣੇ ਦਰਸ਼ਕਾਂ ਨੂੰ ਪਹਿਲਾਂ ਦੱਸਣਾ ਚਾਹੁੰਦਾ ਕਿ ਜਿਹੜੇ ਸਾਡੇ ਦਰਸ਼ਕ ਸਾਡੇ ਨਾਲ ਪ੍ਰੋਗਰਾਮ ਵਿੱਚ ਇੱਥੇ ਲਾਈਵ ਜੁੜਨਾ ਚਾਹੁੰਦੇ ਨੇ, ਆਪਣੇ ਵਿਚਾਰ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਨੇ, ਆਪਣੇ ਐਕਸਪੀਰੀਐਂਸਿਸ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਨੇ, ਜਾਂ ਫਿਰ ਕੋਈ ਇਨਫੋਰਮੇਸ਼ਨ ਜੋ ਸਾਡੇ ਤੋਂ ਮਿਸ ਹੋ ਗਈ ਹੈ ਉਹਨੂੰ ਪੂਰਾ ਕਰਨਾ ਚਾਹੁੰਦੇ ਨੇ, ਕੰਪਲੀਟ ਕਰਨਾ ਚਾਹੁੰਦੇ ਨੇ, ਤਾਂ ਅਸੀਂ ਥੱਲੇ ਸਕਰੀਨ 'ਤੇ ਨੰਬਰ ਦਿੱਤੇ ਹੋਏ ਨੇ, ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ। ਤੇ ਅਸੀਂ ਤੁਹਾਡੇ ਨਾਲ ਹੁਣ ਅਗਲੇ ਕਹਿ ਲੀजिए 35 ਤੋਂ 40 ਮਿੰਟ ਅਸੀਂ ਤੁਹਾਡੇ ਨਾਲ ਲਾਈਵ ਜੁੜੇ ਰਵਾਂਗੇ। ਤੇ ਹੁਣ ਵਧਦੇ ਹਾਂ ਅਗਲੇ ਆਪਣੇ ਸੈਗਮੈਂਟ ਵੱਲ ਜੋ ਹੈ ਇਤਿਹਾਸ ਦਾ। ਹਾਂਜੀ ਬਿਲਕੁਲ ਜੀ, ਅੱਜ ਜਿਹੜਾ ਅਸੀਂ ਕੁਝ ਘਟਨਾਵਾਂ ਲੈ ਕੇ ਤੁਹਾਡੇ ਨਾਲ ਜਿਹੜੀਆਂ ਹੋਈਆਂ ਸਿੱਖ ਇਤਿਹਾਸ ਦੇ ਵਿੱਚ ਜਾਂ ਜਿਹੜੇ ਆ ਸਾਡੇ ਭਾਰਤ ਦੇਸ਼ ਦੇ ਵਿੱਚ ਜਿਹੜੀਆਂ ਘਟਨਾਵਾਂ ਨੇ ਉਹ ਘਟਨਾਵਾਂ 'ਤੇ ਥੋੜ੍ਹੀ ਜਿਹੀ ਝਲਕੀ ਮਾਰਾਂਗੇ। ਤੇ ਉਸ ਤੋਂ ਪਹਿਲਾਂ ਜਿਹੜਾ ਆ ਇੱਕ ਮੈਂ ਆਪਣੇ ਕਾਲਰਸ ਤੋਂ ਜਿਹੜੇ ਆ ਸਾਡੇ ਰੱਬ ਵਰਗੇ ਸਰੋਤੇ ਨੇ ਜਿਹੜੇ ਸਾਡੇ ਨਾਲ ਵਿਚਾਰ ਸਾਂਝੇ ਕਰਦੇ ਨੇ, ਸਾਡੇ ਜਿਹੜੀ ਆ ਹਾਂ ਦੇ ਵਿੱਚ ਹਾਂ ਮਿਲਾਉਂਦੇ ਨੇ। ਤੇ ਇੱਕ ਜਿਹੜੀ ਆ ਇਹ ਪਰਿਵਾਰਕ ਸਾਂਝ ਹੈ ਰੋਹੀ ਜੀ, ਵੀ ਪਰਿਵਾਰਕ ਸਾਂਝ ਦੇ ਵਿੱਚ ਬਹਿ ਕੇ ਵੀ ਅਸੀਂ ਜਿਹੜੀਆਂ ਗੱਲਾਂ ਬਾਤਾਂ ਕਰਨੀਆਂ ਨੇ। ਤੇ ਉਹ ਮੇਰੇ ਇੱਕ ਮਨ ਦਾ ਵਿਚਾਰ ਹੈ ਕਿ ਜਿਵੇਂ ਹੁਣ ਯੂਕਰੇਨ ਤੇ ਰੂਸ ਦੀ ਜਿਹੜੀ ਲੜਾਈ ਲੱਗੀ ਹੋਈ ਆ, ਉਸਦੇ ਵਿੱਚ ਜਿਹੜੇ ਨੇ ਸਾਡੇ ਭਾਰਤੀ ਲੋਕ ਵੀ ਉੱਥੇ ਗਏ ਹੋਏ ਨੇ। ਤੇ ਉਸ ਦਾ ਕਾਰਨ ਇਹ ਹੈ ਕਿ ਉੱਥੇ ਪੜ੍ਹਾਈ ਕਰਨ ਵਾਸਤੇ ਗਏ, ਚਾਹੇ ਪੈਸੇ ਕਮਾਉਣ ਦੇ ਮੰਤਵ ਦੇ ਨਾਲ ਗਏ ਨੇ, ਚਾਹੇ ਜਿਸ ਤਰੀਕੇ ਦੇ ਨਾਲ ਵੀ ਉਹ ਗਏ ਨੇ। ਤੇ ਮੇਰਾ ਸਵਾਲ ਜਿਹੜਾ ਆ ਮਤਲਬ ਮੇਰੇ ਮਨ ਦਾ ਜਿਹੜਾ ਇਹ ਵਿਚਾਰ ਹੈ ਕਿ ਸਾਨੂੰ ਜਿਹੜਾ ਆ ਉਸ ਔਖੇ ਸਮੇਂ ਦੇ ਵਿੱਚ ਜਿਹੜਾ ਆ ਯੂਕਰੇਨ ਦੇ ਜਿਹੜੀ ਆ ਆਰਮੀ ਦੇ ਵਿੱਚ ਯੂਕਰੇਨ ਦੇ ਨਾਲ ਜਿਹੜਾ ਆ ਲੱਗ ਕੇ ਜਿਹੜਾ ਸਾਨੂੰ ਉਹਨਾਂ ਦੀ ਹਮਾਇਤ ਕਰਨੀ ਚਾਹੀਦੀ ਹੈ। ਤੇ ਉਹਦਾ ਸਿੱਟਾ ਇਹ ਵੀ ਨਿਕਲ ਸਕਦਾ ਹੈ ਕਿ ਉੱਥੇ ਜਿਹੜੀ ਆ ਸਾਨੂੰ ਜਿਹੜਾ ਆ ਜਾਨੀ ਜਿਹੜਾ ਆ ਨੁਕਸਾਨ ਵੀ ਹੋ ਸਕਦਾ ਹੈ। ਤੇ ਜੇ ਅਸੀਂ ਜਾਨੀ ਨੁਕਸਾਨ ਦਾ ਫਾਇਦਾ ਸੋਚੀਏ ਤਾਂ ਉੱਥੇ ਅਸੀਂ ਸਹੀ ਹੈ। ਜੇ ਅਸੀਂ ਉੱਥੋਂ ਆਪਣੇ ਜਿਹੜਾ ਆ ਭਾਰਤੀਆਂ ਲਈ ਜਾਂ ਆਪਣੇ ਮਮ ਡੈਡ ਲਈ ਜਾਂ ਅਸੀਂ ਸਰਕਾਰ ਨੂੰ ਕਹੀਏ ਕਿ ਸਾਨੂੰ ਉੱਥੋਂ ਜਿਹੜਾ ਆ ਉੱਥੋਂ ਕੱਢਿਆ ਜਾਵੇ, ਤੇ ਇਹਦੇ ਬਾਰੇ ਕੀ ਵਿਚਾਰ ਹੈ? ਕਿਉਂਕਿ ਲੜਾਈ ਦੇ ਵਿੱਚ ਕੋਈ ਵੀ ਜਿਹੜਾ ਆ ਜਹਾਜ਼ ਉੱਥੇ ਲੈਂਡਿੰਗ ਨਹੀਂ ਕਰ ਪਾਏਗਾ ਤੇ ਲੈਂਡ ਕਰਨਾ ਵੀ ਜਿਹੜਾ ਆ ਉਹ ਕਾਫੀ ਔਖਾ ਹੋਏਗਾ। ਤੇ ਉੱਥੋਂ ਜਿਹੜਾ ਆਉਣਾ ਜਾਂ ਜਦੋਂ ਕੋਈ ਜਿਵੇਂ ਰੋਮਾਨੀਆ ਹੋ ਗਿਆ, ਕੋਈ ਹੋਰ ਦੇਸ਼ ਜਿਹੜੇ ਨਾਲ ਲੱਗਦੇ ਨੇ ਉਹਨਾਂ 'ਚ ਭੱਜ ਕੇ ਜਾਣਾ, ਉੱਥੇ ਵੀ ਜਿਹੜਾ ਆ ਜਾਨੀ ਨੁਕਸਾਨ ਹੋ ਸਕਦਾ। ਤੇ ਮੇਰਾ ਵਿਚਾਰ ਇਹੀ ਹੈ ਕਿ ਸਾਨੂੰ ਜਿਹੜਾ ਆ ਯੂਕਰੇਨ ਦਾ ਹਿੱਸਾ ਹੀ ਬਣ ਕੇ, ਚਾਹੇ ਉਹ ਭਾਰਤੀ ਨੇ, ਪੰਜਾਬੀ ਨੇ ਜਾਂ ਕੋਈ ਵੀ ਕਿਸੇ ਵੀ ਭਾਰਤ ਦੇਸ਼ ਦੇ ਏਰੀਏ ਤੋਂ ਉੱਥੇ ਪੜ੍ਹਾਈ ਵਾਸਤੇ ਗਿਆ, ਪੈਸੇ ਵਾਸਤੇ ਗਿਆ, ਜਾਂ ਇਹ ਕਹਿ ਲਓ ਵੀ ਮਤਲਬ ਟੂਰਿਸਟ ਵੀਜ਼ੇ 'ਤੇ ਗਏ ਹੋਣਗੇ, ਜਿਸ ਤਰ੍ਹਾਂ ਵੀ ਗਏ ਨੇ ਉੱਥੇ ਉਹਨਾਂ ਨੂੰ ਯੂਕਰੇਨ ਦਾ ਹਿੱਸਾ ਬਣ ਕੇ ਉੱਥੇ ਜਿਹੜਾ ਹੈ ਲੜਾਈ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਹੈ। ਜੇ ਉੱਥੇ ਜਾਨੀ ਨੁਕਸਾਨ ਹੁੰਦਾ ਆ ਤਾਂ ਉਹਦਾ ਅਸੀਂ ਮਤਲਬ ਉਹਦੀ ਕੀ ਵਿਚਾਰ ਕਰੀਏ? ਇਹ ਜਿਹੜਾ ਮੇਰੇ ਮਨ ਦਾ ਇੱਕ ਵਿਚਾਰ ਹੈ ਉਹ ਸਾਡੇ ਦਰਸ਼ਕ ਜਿਹੜੇ ਸੁਣਦੇ ਹੋਣ ਉਹ ਜ਼ਰੂਰ ਸਾਂਝੇ ਕਰਨ, ਤਾਂ ਕਿ ਜਦੋਂ ਸਾਨੂੰ ਕੋਈ ਗੱਲ ਪੁੱਛੇ ਜਾਂ ਸਰਕਾਰਾਂ ਨੂੰ ਅਸੀਂ ਕੁਛ ਇਸ ਤਰ੍ਹਾਂ ਦੀ ਵਧੀਆ ਰਾਏ ਦੇ ਸਕੀਏ ਜਿਹੜੇ ਤੁਸੀਂ ਆਪਣੇ ਮਨ ਦੇ ਵਿੱਚ ਜਿਹੜੇ ਆ ਉਹ ਲੈ ਕੇ ਬੈਠੇ ਹੋ। ਤੁਹਾਡਾ ਜੋ ਕੀ ਉਸ ਸਮੇਂ ਕਹਿਣਾ ਆ, ਸ਼ਾਇਦ ਤੁਸੀਂ ਉਹ ਗੱਲ ਸਾਡੀਆਂ ਜਿਹੜੀਆਂ ਭਾਰਤ ਦੀਆਂ ਸਰਕਾਰਾਂ ਨੂੰ ਜਾਂ ਪੰਜਾਬ ਸਰਕਾਰ ਨੂੰ ਨਹੀਂ ਦੱਸ ਸਕਦੇ ਹੋਈਏ, ਤੇ ਸਾਡਾ ਜਿਹੜਾ ਤੁਹਾਡਾ ਮੈਸੇਜ ਹੈ ਅਸੀਂ ਪਹੁੰਚਾ ਸਕੀਏ। ਇੱਦਾਂ ਦਾ ਜਿਹੜਾ ਆ ਉਹ ਤੁਸੀਂ ਆਪਣਾ ਜਿਹੜਾ ਆ ਵਿਚਾਰ ਜ਼ਰੂਰ ਦਿਓ। ਤੇ ਆਓ ਅਸੀਂ ਵੱਧਦੇ ਹਾਂ ਅੱਜ ਦੇ ਜਿਹੜੀਆਂ ਕੁਝ ਘਟਨਾਵਾਂ ਵੱਲ ਜੋ ਅੱਜ 26 ਜਿਹੜਾ ਪਿਛਲੇ ਹਾਂਜੀ ਅੱਜ ਤੋਂ 2 ਦਿਨ ਜਿਹੜਾ ਪਹਿਲਾਂ 26 ਫਰਵਰੀ ਲੰਘ ਕੇ ਗਿਆ ਆ, ਤੇ ਉਸ ਦੀ ਵੀ ਮੈਂ ਗੱਲ ਕਰੂੰਗਾ ਕਿ 1630 ਵਿੱਚ ਜਿਹੜਾ ਆ ਪ੍ਰਕਾਸ਼ ਉਤਸਵ ਜਨਮ ਦਿਹਾੜਾ 7ਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਏ ਜੀ ਦਾ ਜਿਹੜਾ ਸੀਗਾ। ਤੇ ਸਮੂਹੀ ਸੰਗਤਾਂ ਨੂੰ, ਨਾਨਕ ਨਾਮ ਲੇਵਾ ਸੰਗਤਾਂ ਨੂੰ ਜਿਹੜੀਆਂ ਨੇ ਗਗਨਦੀਪ ਸਿੰਘ ਅਨੰਦਪੁਰੀ ਵੱਲੋਂ ਤੇ ਰੂਹੀ ਗਰੋਵਰ ਜੀ ਵੱਲੋਂ ਸਾਡੇ ਸਮੂਹ ਸਟਾਫ ਵੱਲੋਂ ਜਿਹੜੀਆਂ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਜੀ। ਤੇ 1822 ਵਿੱਚ ਜਨਰਲ ਹਰੀ ਸਿੰਘ ਨਲਵਾ ਆਪਣੀਆਂ ਫੌਜਾਂ ਨਾਲ ਹਜ਼ਾਰਾ ਪਹੁੰਚਿਆ ਸੀ ਜੀ। 1923 ਵਿੱਚ ਕਿਸ਼ਨ ਸਿੰਘ ਗੜਗੱਜ ਨੂੰ ਪਿੰਡੋਰੀ ਮਹਿਲ ਤੋਂ ਗ੍ਰਿਫਤਾਰ ਕੀਤਾ ਸੀ। ਉਹ ਬੱਬਰ ਅਕਾਲੀ ਲਹਿਰ ਦਾ ਮੁਖੀ ਸੀ ਤੇ ਆਗੂ ਵੀ ਸੀਗਾ, ਤੇ ਜਿਸ ਨੇ ਬੱਬਰ ਅਕਾਲੀਆਂ ਨੂੰ ਮੁਕਤ ਕਰਵਾਇਆ ਸੀ। ਪਰ ਉਸ ਦੀ ਗ੍ਰਿਫਤਾਰੀ ਤੋਂ ਬਾਅਦ ਬੱਬਰਾਂ ਨੇ ਅੰਨ੍ਹੇਵਾਹ ਕਤਲ ਕੀਤੇ। ਉਹਨਾਂ ਦਾ ਉਦੇਸ਼ ਅੰਗਰੇਜ਼ ਸ਼ਾਸਕਾਂ ਨੂੰ ਹਿੰਸਕ ਤਰੀਕਿਆਂ ਦੇ ਨਾਲ ਖਦੇੜਨਾ ਸੀ ਜੀ। 1931 ਗਾਂਧੀ ਨੇ 6 ਮਈ 1930 ਦੀ ਗੋਲੀਬਾਰੀ ਦੀ ਘਟਨਾ ਤੇ ਸਿੱਖਾਂ ਨਾਲ ਹਮਦਰਦੀ ਪ੍ਰਗਟ ਕਰਨ ਲਈ ਸੀਸਗੰਜ ਗੁਰਦੁਆਰੇ ਦਾ ਦੌਰਾ ਕੀਤਾ। ਪੁਲਿਸ ਦੇ ਉੱਚੇ ਹੱਥਾਂ ਤੇ ਗੁਰਦੁਆਰੇ ਦੀ ਬੇਅਦਬੀ ਦੇ ਬਿਰਤਾਂਤ ਤੋਂ ਪ੍ਰਤੱਖ ਤੌਰ ਤੇ ਪ੍ਰੇਰਿਤ ਗਾਂਧੀ ਨੇ ਇੱਕ ਮਹੱਤਵਪੂਰਨ ਘੋਸ਼ਣਾ ਕੀਤੀ, ਜਿਸ ਨੂੰ ਬਾਅਦ ਵਿੱਚ ਹਰਮੰਦਰ ਸਾਹਿਬ ਦੇ ਰੱਖਿਅਕਾਂ ਦੁਆਰਾ ਸਾਕਾ ਨੀਲਾ ਤਾਰਾ ਦੌਰਾਨ ਸਰਕਾਰ ਦੇ ਵਿਰੁੱਧ ਹਥਿਆਰ ਚੁੱਕਣ ਲਈ ਇੱਕ ਅਥਾਰਟੀ ਵਜੋਂ ਦਰਸਾਇਆ ਗਿਆ ਸੀ। ਉਸਨੇ ਕਿਹਾ, ਸੱਚ ਤੇ ਅਹਿੰਸਾ ਵਿੱਚ ਧੋਖੇ ਜਾਂ ਝੂਠ ਲਈ ਕੋਈ ਥਾਂ ਨਹੀਂ ਹੈ।
ਭੌਤਿਕ ਯੁੱਧ ਵਿੱਚ ਵੀ ਧੋਖਾਧੜੀ ਦੀ ਜਗ੍ਹਾ ਹੁੰਦੀ ਹੈ, ਪਰ ਅਹਿੰਸਾ, ਸੱਚ ਤੇ ਨਿਆਂ ਨੂੰ ਛੱਡ ਕੇ ਬਾਕੀ ਸਾਰੇ ਹਥਿਆਰਾਂ ਦੀ ਵਰਤੋਂ ਨੂੰ ਰੋਕਦੀ ਹੈ। ਉਹਨੇ ਅੱਗੇ ਕਿਹਾ ਸੀ ਕਿ ਮੈਂ ਇਹ ਸੁਝਾਅ ਦੇਣ ਦਾ ਉਦਮ ਕਰਦਾ ਕਿ ਕਾਂਗਰਸ ਦਾ ਅਹਿੰਸਾ ਦਾ ਸਿਧਾਂਤ ਇਸ ਦੀ ਨੇਕ ਨਿਰਧਾਰਿਤ ਦੀ ਪੱਕੀ ਗਰੰਟੀ ਹੈ ਤੇ ਸਾਡੇ ਸਿੱਖ ਦੋਸਤਾਂ ਨੂੰ ਇਸ ਦੇ ਹੱਥੋਂ ਵਿਸ਼ਵਾਸਘਾਤ ਤੋਂ ਡਰਨ ਦਾ ਕੋਈ ਕਾਰਨ ਨਹੀਂ ਹੈ। ਕਾਂਗਰਸ ਨਾ ਸਿਰਫ ਆਪਣੀ ਸਗੋਂ ਦੇਸ਼ ਦੀ ਤਬਾਹੀ ਤੇ ਵੀ ਮੋਹਰ ਲਾਵੇਗੀ। ਇਸ ਤੋਂ ਇਲਾਵਾ ਸਿੱਖ ਇੱਕ ਬਹਾਦਰ ਲੋਕ ਹਨ। ਉਹ ਜਾਣਦੇ ਹਨ ਕਿ ਹਥਿਆਰਾਂ ਦੇ ਅਭਿਆਸ ਨਾਲ ਆਪਣੇ ਅਧਿਕਾਰਾਂ ਦੀ ਰਾਖੀ ਕਿਵੇਂ ਕਰਨੀ ਹੈ, ਜੇਕਰ ਇਹ ਕਦੇ ਅਜਿਹਾ ਹੁੰਦਾ ਹੈ। ਇਸ ਤੋਂ ਇਲਾਵਾ ਤੁਹਾਨੂੰ ਵਿਸ਼ਵਾਸ ਕਿਉਂ ਨਹੀਂ ਹੋ ਸਕਦਾ? ਜੇ ਕਾਂਗਰਸ ਨੇ ਬਾਅਦ ਵਿੱਚ ਝੂਠ ਖੇਡਣਾ ਚਾਹੀਦਾ ਹੈ ਤਾਂ ਤੁਸੀਂ ਇਸ ਨਾਲ ਨਿਸ਼ਚਿਤ ਤੌਰ ਤੇ ਨਿਪਟ ਸਕਦੇ ਹੋ, ਕਿਉਂਕਿ ਤੁਹਾਡੇ ਕੋਲ ਤਲਵਾਰ ਹੈ। ਮੈਂ ਤੁਹਾਨੂੰ ਬੇਨਤੀ ਕਰਦਾ ਕਿ ਤੁਸੀਂ ਮੇਰੇ ਬਚਨ ਨੂੰ ਸਵੀਕਾਰ ਕਰੋ। ਰੱਬ ਨੂੰ ਇਹ ਬੰਧਨ ਬਣਾ ਦਿਓ ਕਿ ਮੈਨੂੰ ਤੇ ਕਾਂਗਰਸ ਨੂੰ ਤੁਹਾਡੇ ਨਾਲ ਬੰਨ੍ਹਦਾ ਹੈ। ਜੀ 1950 ਦੀ ਅਕਾਲੀ ਕਾਨਫਰੰਸ ਨੇ ਪੰਜਾਬੀ ਬੋਲਦੇ ਸੂਬੇ ਲਈ ਜਿਹੜਾ ਆ ਮਤਾ ਪਾਸ ਕੀਤਾ। ਇਤਿਹਾਸ ਵਿੱਚ ਜਿਹੜਾ ਆ ਉਹ ਦਿਹਾੜਾ 28 ਫਰਵਰੀ ਨੂੰ ਜਿਹੜਾ ਆ ਮਨਾਇਆ ਜਾਂਦਾ ਕਿ ਯਾਨੀ ਕਿ ਜੋ ਅੱਜ ਦਾ ਜੋ ਇਤਿਹਾਸ ਦਾ ਜਿਹੜਾ ਆ ਕਹਿ ਸਕਦੇ ਆ ਦਿਹਾੜਾ, ਉਹ 28 ਫਰਵਰੀ ਦੇ ਨਾਲ ਇਹ ਦਿਹਾੜਾ ਸੰਬੰਧਿਤ ਹੈ। ਜੀ 1712 ਵਿੱਚ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਦੀ ਮੌਤ ਹੋ ਗਈ। ਉਸਦੇ ਪੁੱਤਰਾਂ ਵਿਚਕਾਰ ਘਰੇਲੂ ਯੁੱਧ ਜੋ ਹੈ ਸ਼ੁਰੂ ਹੋ ਗਿਆ ਸੀ। ਬਾਬਾ ਗੁਰਬਖਸ਼ ਸਿੰਘ ਉਰਫ ਬੰਦਾ ਬਹਾਦਰ ਨੇ ਸਥਿਤੀ ਦਾ ਫਾਇਦਾ ਉਠਾਇਆ ਤੇ ਇੱਕ ਵਾਰ ਫਿਰ ਮੈਦਾਨ ਵਿੱਚ ਪ੍ਰਗਟ ਹੋਏ। ਉਹਨਾਂ ਦੀ ਪਹਿਲੀ ਜਿੱਤ ਲਾਹੌਰ ਦੇ ਗਵਰਨਰ ਇਸਲਾਮ ਖਾਨ ਵਿਰੁੱਧ ਸੀ। ਡਿੱਗਣ ਤੋਂ ਅਗਲਾ ਜ਼ੋਰ ਸਰਹੰਦ ਦਾ ਸੀ, ਪਰ ਇਹ ਜਿੱਤ ਫਿਰ ਥੋੜੇ ਸਮੇਂ ਲਈ ਸੀ। ਜੀ 1921 ਗੁਰਦੁਆਰਾ ਰੋੜੀ ਸਾਹਿਬ ਨੂੰ ਜ਼ਬਰਦਸਤੀ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਅਤੇ ਐਸਜੀਪੀਸੀ ਦੇ ਕੰਟਰੋਲ ਵਿੱਚ ਜਿਹੜਾ ਆ ਉਹ ਲਿਆਂਦਾ ਗਿਆ, ਕਿਉਂਕਿ ਜਿਹੜਾ ਆ ਐਸਜੀਪੀਸੀ ਹਰ ਇੱਕ ਗੁਰਦੁਆਰੇ ਨੂੰ ਆਪਣੇ ਅੰਡਰ ਲਿਆਉਣਾ ਚਾਹੁੰਦੀ ਸੀ ਕਿ ਉਹਦਾ ਜਿਹੜਾ ਆ ਸੁਧਾਰ ਕੀਤਾ ਜਾ ਸਕੇ, ਉਸ ਦੀ ਜਿਹੜੀਆਂ ਮਰਿਆਦਾ ਕਾਇਮ ਕੀਤੀ ਜਾ ਸਕੇ। ਤੇ ਹਰ ਇੱਕ ਜਿਹੜਾ ਗੁਰਦੁਆਰਾ ਆ, ਕਿਉਂਕਿ ਇੱਕ ਲਹਿਰ ਚੱਲੀ ਸੀ ਪਹਿਲੋਂ ਐਸਜੀਪੀਸੀ ਦੀ ਇੱਕ ਸੰਸਥਾ ਬਣੀ ਸੀ, ਕਿਉਂ ਉਹਨਾਂ ਦੇ ਕੋਲ ਸਾਰੇ ਹੀ ਗੁਰਦੁਆਰਿਆਂ ਦਾ ਜਿਹੜਾ ਆ ਉਹਨਾਂ ਨੇ ਜ਼ਿੰਮੇਵਾਰੀ ਲਈ ਸੀ ਕਿ ਜਿਹੜੇ ਵੀ ਗੁਰਦੁਆਰੇ ਹੋਣਗੇ ਉਹਨਾਂ ਦੀ ਸੰਭਾਲ, ਉਹਨਾਂ ਦੀ ਮਰਿਆਦਾ, ਉਹਨਾਂ ਦੇ ਵਿੱਚ ਜਿਹੜਾ ਆ ਕਿਸ ਤਰ੍ਹਾਂ ਦੀ ਜਿਹੜੀ ਆ ਬਾਣੀ ਨਿਤਨੇਮ ਦੀ ਤੇ ਸ਼ਾਮ ਨੂੰ ਰਹਿਰਾਸ ਸਾਹਿਬ ਦੀ, ਉਸ ਤੋਂ ਬਾਅਦ ਚੋਂ ਸੁਖਾਸਨ ਸਾਹਿਬ ਤੱਕ ਦਾ ਜਿਹੜੀ ਆ ਪੂਰੀ ਜਿਹੜੀ ਆ ਮਰਿਆਦਾ ਅਨੁਸਾਰ ਜਿਹੜਾ ਆ ਉਹ ਗੁਰਦੁਆਰੇ ਦੇ ਜਿਹੜਾ ਆ ਉਸ ਨੂੰ ਚਲਾਇਆ ਜਾਵੇ, ਮਰਿਆਦਾ ਨੂੰ ਚਲਾਇਆ ਜਾਵੇ ਜਾਂ ਉਹਦੀ ਕਮੇਟੀ ਨੂੰ ਚਲਾਇਆ ਜਾਵੇ। ਇਸੇ ਕਰਕੇ ਜਿਹੜਾ ਆ ਐਸਜੀਪੀਸੀ ਨੇ ਕਈ ਗੁਰਦੁਆਰਿਆਂ ਨੂੰ ਜਿਹੜਾ ਉਸ ਸਮੇਂ ਆਪਣੇ ਅੰਡਰ ਲਿਆ ਸੀ। ਜੀ ਤੇ ਅੱਜ ਦੇ ਦਿਨ 1924 ਵਿੱਚ ਸਰਦਾਰ ਇੰਦਰ ਸਿੰਘ ਮਿਰਜ਼ਾ ਸਿਆਲਕੋਟ ਦੀ ਅਗਵਾਈ ਵਿੱਚ 500 ਬਹਾਦਰ ਅਕਾਲੀ ਸੱਤਿਆਗ੍ਰਹੀਆਂ ਦੇ ਦੂਜੇ ਸ਼ਹੀਦੀ ਜਥੇ ਨੇ ਸ਼੍ਰੀ ਅਕਾਲ ਤਖਤ ਅੰਮ੍ਰਿਤਸਰ ਤੋਂ ਗੰਗਸਰ ਜੈਤੋ ਲਈ ਮਾਰਚ ਸ਼ੁਰੂ ਕੀਤਾ ਸੀ। ਜੀ 1924 ਆਲ ਇੰਡੀਆ ਕਾਂਗਰਸ ਨੇ ਗੰਗਸਰ ਜੈਤੋ ਵਿਖੇ ਸਿੱਖ ਸ਼ਰਧਾਲੂਆਂ ਦੇ ਕਤਲੇਆਮ ਦੀ ਨਿਖੇਧੀ ਕਰਦਿਆਂ ਜਿਹੜਾ ਆ ਉਹ ਮਤਾ ਪਾਸ ਕੀਤਾ ਸੀਗਾ। ਜੀ 1925 ਵਿੱਚ ਅਕਾਲੀ ਲਹਿਰ ਨਾਲ ਨੇੜਿਓਂ ਜੁੜੇ ਬੱਬਰ ਅਕਾਲੀ ਕੇਸ ਦਾ ਫੈਸਲਾ ਸੁਣਾਇਆ ਗਿਆ। 5 ਬੱਬਰ ਅਕਾਲੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ। 1926 ਨੂੰ 7 ਬੱਬਰਾਂ ਨੂੰ ਬੱਬਰ ਸਾਜ਼ਿਸ਼ ਕੇਸ ਵਿੱਚ ਜਿਹੜਾ ਆ ਮੌਤ ਦੀ ਸਜ਼ਾ ਸੁਣਾਈ ਗਈ ਸੀ। ਤੇ ਜਿਹੜੀ ਆ ਕਿਉਂਕਿ ਉਸ ਸਮੇਂ ਮਾਹੌਲ ਹੀ ਇਸੇ ਤਰ੍ਹਾਂ ਦਾ ਜਿਹੜਾ ਆ ਉਹ ਸਿਰਜਿਆ ਗਿਆ ਸੀਗਾ ਕਿ ਉਦੋਂ ਪਤਾ ਨਹੀਂ ਸੀ ਲੱਗਦਾ ਕਿ ਕੌਣ ਦੋਸ਼ੀ ਆ, ਕੌਣ ਜਿਹੜਾ ਆ ਨਿਰਦੋਸ਼ੀ ਆ। ਤੇ ਜੇ ਅਸੀਂ ਪਿਛਲੇ ਸਮੇਂ ਦੇ ਵਿੱਚ ਝਾਤ ਮਾਰੀਏ ਤਾਂ ਜਿਹੜੇ ਲੱਖਾਂ ਹੀ ਲੋਕ ਨੇ, ਚਾਹੇ ਉਹ ਸਿੱਖ ਨਾਲ ਸੰਬੰਧਿਤ ਹੋਣ, ਸਿੱਖ ਸੰਗਤਾਂ ਨਾਲ ਸੰਬੰਧਿਤ ਹੋਣ, ਸਿੱਖ ਪਰਿਵਾਰ ਦੇ ਨਾਲ ਸੰਬੰਧਿਤ ਹੋਣ, ਉਹ ਨਿਰਦੋਸ਼ੇ ਹੀ ਜਿਹੜੇ ਨੇ ਉਹ ਮਾਰੇ ਗਏ ਸੀ। ਜੀ 1975 ਵਿੱਚ ਯੂਕੇ ਦੇ ਕੋਨੇ-ਕੋਨੇ ਤੋਂ ਸਿੱਖ ਸੰਗਤ ਸਿੱਖ ਟੈਂਪਲ ਬਰਮਿੰਗਮ ਵਿਖੇ ਇਕੱਠੀ ਹੋਈ ਤੇ ਉਹਨਾਂ ਨੇ ਸਿੱਖ ਵਿਰੋਧੀ ਨੀਤੀ ਦਾ ਵਿਰੋਧ ਕੀਤਾ ਤੇ ਇਹ ਮਤਾ ਪਾਸ ਕੀਤਾ ਸੀ ਕਿ ਭਾਰਤ ਸਰਕਾਰ ਖਾਸ ਤੌਰ ਤੇ ਰੱਖਿਆ ਮੰਤਰੀ ਤੇ ਚੀਫ ਆਫ ਸਟਾਫ ਏਅਰ ਨੇਵਲ ਫੌਜ ਦਾ ਧਿਆਨ ਸਿੱਖ ਧਰਮ ਵਿੱਚ ਸਿੱਧੇ ਦਖਲਅੰਦਾਜ਼ੀ ਵੱਲ ਖਿੱਚਿਆ ਜਾਂਦਾ ਹੈ, ਜਿਸ ਵਿੱਚ ਕੋਰਟ ਮਾਰਸ਼ਲ ਕਰਕੇ ਤੇ ਹਥਿਆਰਬੰਦ ਸੈਨਾਵਾਂ ਵਿੱਚ ਕੰਮ ਕਰਨ ਵਾਲੇ ਵਿਅਕਤੀਆਂ ਦੀਆਂ ਸੇਵਾਵਾਂ ਨੂੰ ਖਤਮ ਨਹੀਂ ਕੀਤਾ ਜਾਂਦਾ ਹੈ। ਦਾੜੀ ਬੰਨਣ ਵਾਲੇ ਸਿੱਖਾਂ ਦਾ ਆਪਣੇ ਸਿੱਖ ਧਰਮ ਅਨੁਸਾਰ ਪਵਿੱਤਰ ਤੇ ਸੱਚਾ ਜੀਵਨ ਬਤੀਤ ਕਰਨ ਵਾਲੇ ਸਿੱਖਾਂ ਦਾ ਸਾਡੇ ਸਮਾਜ ਵਿੱਚ ਬਹੁਤ ਸਤਿਕਾਰ ਹੈ। ਸਿੱਖਾਂ ਨੇ ਮੁਗਲ ਤੇ ਅੰਗਰੇਜ਼ ਸ਼ਾਸਕਾਂ ਦੇ ਅਧੀਨ ਅਜਿਹਾ ਵਿਤਕਰਾ ਕਦੇ ਵੀ ਬਰਦਾਸ਼ਤ ਨਹੀਂ ਕੀਤਾ। ਭਾਰਤ ਸਰਕਾਰ ਨੂੰ ਬੇਨਤੀ ਹੈ ਕਿ ਖਾਸ ਤੌਰ ਤੇ ਸਿੱਖ ਲੋਕਾਂ ਦੇ ਧਾਰਮਿਕ ਮਾਮਲਿਆਂ ਵਿੱਚ ਦਖਲਅੰਦਾਜ਼ੀ ਬੰਦ ਕਰੋ ਤੇ ਸਿੱਖਾਂ ਦੀ ਮੰਗ ਨੂੰ ਪੂਰਾ ਕਰੋ ਕਿ ਇੰਨੇ ਬਰਖਾਸਤ ਕੀਤੇ ਗਏ ਸੇਵਾਦਾਰਾਂ ਨੂੰ ਤੁਰੰਤ ਮੁੜ ਨਿਯੁਕਤ ਕੀਤਾ ਜਾਵੇ। ਇਸ ਤਰ੍ਹਾਂ ਦੇ ਮਤੇ ਕਈ ਸਿੱਖ ਸੰਗਤਾਂ ਵਿੱਚ ਪਾਸ ਕੀਤੇ ਗਏ ਸਨ। ਸਿੱਖਾਂ ਦੇ ਵਿਆਪਕ ਰੋਸ ਨੂੰ ਮਹਿਸੂਸ ਕਰਦੇ ਹੋਏ ਅੰਤ ਵਿੱਚ ਭਾਰਤ ਸਰਕਾਰ ਨੇ ਆਪਣੀ ਨੀਤੀ ਨੂੰ ਕੁਝ ਹੱਦ ਤੱਕ ਬਦਲਣ ਲਈ ਸਹਿਮਤੀ ਦਿੱਤੀ ਤੇ ਸਿੱਖ ਭਰਤੀ ਕਰਨ ਵਾਲਿਆਂ ਨੂੰ ਬਿਨਾਂ ਕੱਟੇ ਵਾਲ ਰੱਖਣ ਦਾ ਵਾਅਦਾ ਕਰਨ ਲਈ ਆਦੇਸ਼ ਜਾਰੀ ਕੀਤੇ। ਜੀ
ਕੁਛ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਸੀਗੀਆਂ ਤੇ ਰੋਹਿਤ ਜੀ ਮੈਂ ਤੁਹਾਨੂੰ ਜਿਵੇਂ ਅਸੀਂ ਪ੍ਰੋਗਰਾਮ ਸ਼ੁਰੂ ਕੀਤਾ ਆ ਕਰਨ ਤੋਂ ਪਹਿਲਾਂ ਹੀ ਜਿਹੜਾ ਆ ਇੱਕ ਹੈਲਥ ਟਿਪਸ ਦਿੱਤਾ ਸੀ ਜਿਹਦੇ ਵਿੱਚ ਅਸੀਂ ਸਰੀਰਕ ਸੰਭਾਲ ਦੀ ਗੱਲ ਕੀਤੀ ਸੀਗੀ ਕਿ ਸਰੀਰ ਨੂੰ ਸਾਨੂੰ ਕਸਰਤ ਜਿਹੜੀ ਆ ਉਹ ਕਿਸ ਤਰ੍ਹਾਂ ਕਰਨੀ ਚਾਹੀਦੀ ਆ। ਕੁਛ ਇਸ ਤਰ੍ਹਾਂ ਦਾ ਜਿਹੜਾ ਸਾਡਾ ਅੱਜ ਦਾ ਹੈਲਥ ਟਿਪਸ ਸੀਗਾ ਤੇ ਮੈਂ ਇੱਕ ਗੱਲ ਸੋਚ ਕੇ ਬਹੁਤ ਹੈਰਾਨ ਹੁੰਦਾ ਰੋਹਿਤ ਜੀ ਕਿ ਅਸੀਂ ਜੇ ਗੁਰੂ ਗੋਬਿੰਦ ਸਿੰਘ ਜੀ ਦੀ ਫਿਲਾਸਫੀ ਤੇ ਚੱਲੀਏ ਜਾਂ ਅਸੀਂ ਇਹ ਸੋਚੀਏ ਕਿ ਸਿਰਫ ਉਹ ਇੱਕ ਵਧੀਆ ਰਾਜੇ ਸੀ ਤੇ ਇਸ ਨੂੰ ਜਿਹੜਾ ਆ ਮਨ ਕਦੇ ਵੀ ਮੰਨਦਾ ਨਹੀਂ। ਹਾਂਜੀ, ਗੁਰੂ ਗੋਬਿੰਦ ਸਿੰਘ ਜੀ ਦੇ ਵਿੱਚ ਇੱਕ ਨਹੀਂ ਲੱਖਾਂ ਗੁਣ ਨੇ। ਸ਼ਾਇਦ ਮੈਂ ਉਹ ਇੱਥੇ ਨਾ ਜ਼ਿਕਰ ਕਰ ਸਕਾਂ ਜਾਂ ਮੈਨੂੰ ਨਾ ਪਤਾ ਹੋਵੇ, ਮੇਰੀ ਇੰਨੀ ਬੁੱਧੀ ਨਾ ਹੋਵੇ, ਪਰ ਜੋ ਮੈਂ ਨੋਟਿਸ ਕੀਤਾ ਆ ਗੁਰੂ ਗੋਬਿੰਦ ਸਿੰਘ ਜੀ ਇੱਕ ਵਧੀਆ ਸ਼ਾਸਕ, ਵਧੀਆ ਰਾਜੇ ਵੀ ਸੀ ਜਿਨ੍ਹਾਂ ਦਾ ਦਿਲ ਜਿਹੜਾ ਆ ਕੋਮਲ ਸੀ। ਦੂਸਰਾ ਉਹ ਇੱਕ ਜਿਹੜਾ ਆ ਯੁੱਧ ਨੂੰ ਕਿਸ ਤਰੀਕੇ ਦੇ ਨਾਲ ਲੜਿਆ ਜਾਵੇ ਉਸ ਦੀ ਵਿਉਂਤਬੰਦੀ ਕਰਨ ਵਾਲੇ ਬਹੁਤ ਵਧੀਆ ਮਤਲਬ ਸੋਚ ਰੱਖਦੇ ਸੀ ਤੇ ਜਿਹੜਾ ਨੇ ਉਹ ਇੱਕ ਲਿਖਾਰੀ ਵੀ ਸੀ। ਤੇ ਜਿਹੜਾ ਆ ਇੱਕ ਹੋਰ ਗੁਣ ਜਿਹੜਾ ਆ ਕਿ ਉਹ ਜਿਹੜੇ ਨੇ ਬਹੁਤ ਹੀ ਵਧੀਆ ਜਿਹੜੇ ਨੇ ਉਹ ਸੰਗੀਤਕਾਰ ਵੀ ਸੀ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਆ ਕਈ ਲੇਖਕ ਜਿਹੜੇ ਲਿਖਦੇ ਨੇ, ਕਈ ਜਿਹੜੇ ਆ ਪੰਥ ਰਤਨ ਨੇ ਜਿਹੜੇ ਉਹਨਾਂ ਨੇ ਇਹ ਲਿਖਿਆ ਆ ਪੰਥ ਪ੍ਰਚਾਰਕ ਕਿ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਜਿਹੜਾ ਆ ਤਾਊਸ ਨਾਂ ਦਾ ਜਿਹੜਾ ਸਾਜ਼ ਹੈ ਉਹ ਵਜਾਇਆ ਕਰਦੇ ਸੀ। ਹੁੰਦਾ ਤਾਂ ਉਹ ਵੀ ਦਿਲਰੂਬਾ ਵਰਗਾ ਹੀ ਆ ਤੇ ਇੱਕ ਹੱਥ ਸੋਟੀ ਜਿਹੜਾ ਆ ਨਾਲ ਵਜਾਇਆ ਜਾਂਦਾ ਸੀ ਤੇ ਉਹਦੇ ਜਿਹੜਾ ਆ ਅੱਗੇ ਮੋਰ ਦਾ ਨਿਸ਼ਾਨ ਹੁੰਦਾ ਸੀ ਕਿਉਂਕਿ ਤਾਨਪੁਰੇ ਦਾ ਇੱਕ ਅਲੱਗ ਨਿਸ਼ਾਨ ਹੈ। ਉਹਦੇ ਥੱਲੇ ਜਿਹੜਾ ਆ ਉਹ ਕੱਦੂ ਦਾ ਬਣਿਆ ਹੁੰਦਾ ਤੇ ਉੱਪਰ ਜਿਹੜਾ ਲੰਬਾ ਸਾਰਾ ਲੰਬੂਤਰਾ ਹੁੰਦਾ ਉੱਤੇ 3-4 ਤਾਰਾਂ ਹੁੰਦੀਆਂ ਨੇ ਤੇ ਇਸ ਤਰ੍ਹਾਂ ਦਾ ਜਿਹੜਾ ਤਾਨਪੁਰਾ ਤੇ ਤਾਊਸ ਤੇ ਜਿਹੜੇ ਆ ਗੁਰੂ ਨਾਨਕ ਦੇਵ ਜੀ ਦੇ ਨਾਲ ਜਿਹੜੇ ਆ ਅੰਬਾਲਾ ਜੀ ਤੇ ਮਰਦਾਨਾ ਜੀ ਆ ਉਹ ਜਿਹੜੇ ਨੇ ਉਹ ਰਬਾਬ ਜਿਹੜੀ ਆ ਉਹ ਵਜਾਇਆ ਕਰਦੇ ਸੀ। ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਵੀ ਜਿਹੜੇ ਨੇ ਉਹ ਜਿਹੜਾ ਆ ਤਾਊਸ ਵਜਾਇਆ ਕਰਦੇ ਸੀ ਤੇ ਉਹਨਾਂ ਨੇ ਆਪਣੇ ਦਰਬਾਰ ਦੇ ਵਿੱਚ ਜਿਹੜੇ ਨੇ 52 ਕਵੀ ਰੱਖੇ ਸੀਗੇ ਤੇ ਮਤਲਬ ਮੈਂ ਕਹਿੰਦਾ ਆ ਕਿ ਹਰ ਇੱਕ ਪੱਖ ਤੋਂ ਜੇ ਅਸੀਂ ਦੇਖਿਆ ਜਾਵੇ ਤਾਂ ਸਾਡੇ ਵਾਸਤੇ ਐਡੀ ਮਾਣ ਦੀ ਗੱਲ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਨੇ ਉਹ ਸਾਡੇ ਪਿਤਾ ਜੀ ਨੇ ਤੇ ਜਿਹੜੇ ਮਾਤਾ ਸਾਹਿਬ ਕੌਰ ਜੀ ਆ ਉਹ ਸਾਡੇ ਜਿਹੜੇ ਨੇ ਉਹ ਮਾਤਾ ਜੀ ਨੇ। ਇਸ ਗੱਲੋਂ ਅਸੀਂ ਕਦੀ ਵੀ ਜਿਹੜਾ ਆ ਉਹ ਮੁਨਕਰ ਨਹੀਂ ਹੋ ਸਕਦੇ। ਹਾਂਜੀ ਜੀ, ਸੰਗਤ ਲਾਈਵ 'ਚ ਤੁਹਾਡਾ ਸਵਾਗਤ ਹੈ। ਆਪਣਾ ਨਾਮ ਦੱਸੋ ਜੀ। ਹੈਲੋ ਬੀਬਾ ਗਰੋਵਰ ਜੀ, ਤੁਹਾਨੂੰ ਤੇ ਗਗਨਦੀਪ ਸਿੰਘ ਨੂੰ, ਤੁਹਾਡੇ ਸਟਾਫ ਨੂੰ, ਤੁਹਾਡੇ ਦਰਸ਼ਕਾਂ ਨੂੰ ਗੁਰਦੇਵ ਸਿੰਘ ਭੋਗਲ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਭੋਗਲ ਸਾਹਿਬ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ। ਬਹੁਤ ਧੰਨਵਾਦ। ਗਗਨਦੀਪ ਸਿੰਘ ਜੀ, ਤੁਸੀਂ ਯੂਕਰੇਨ ਦੀ ਗੱਲ ਕੀਤੀ ਸੀਗੀ। ਹਾਂਜੀ, ਤੇ ਜਿਹੜੇ ਉੱਥੇ ਆਪਣੇ ਭਾਰਤੀ ਮੁੰਡੇ ਜਿਹੜੇ ਪੜ੍ਹਨ ਗਏ ਨੇ ਜਾਂ ਕੰਮਕਾਰ ਦੀ ਭਾਲ ਵਿੱਚ ਗਏ ਹੋਏ ਨੇ। ਹਾਂਜੀ ਹਾਂਜੀ। ਤੇ ਸੁਣ ਵਿੱਚ ਇਹ ਆਇਆ ਕਿ ਉੱਥੇ ਰਵੀ ਸਿੰਘ ਹੋਣੀ ਜਿਹੜੇ ਨੇ ਉੱਥੇ ਹੁਣ ਆਪਣੇ ਸਿਮਰਨਜੀਤ ਸਿੰਘ ਮਾਨ ਹੋਣਾ ਨੇ ਵੀ ਮੈਂ ਕੱਲ ਸੁਣਿਆ ਉਹ ਕਹਿੰਦੇ ਉੱਥੇ ਮੁੰਡਿਆਂ ਨੂੰ ਕਹਿ ਦਿੱਤਾ ਆ ਵੀ ਤੁਸੀਂ ਘਬਰਾਓ ਨਾ, ਜਾਨੀ ਮਾਲੀ ਨੁਕਸਾਨ ਦਾ ਦੀ ਘਬਰਾਉਣ ਦੀ ਲੋੜ ਨਹੀਂ, ਉਹ ਤਾਂ ਕਿਤੇ ਵੀ ਹੋ ਸਕਦਾ। ਹਾਂਜੀ, ਤੇ ਤੁਸੀਂ ਉੱਥੇ ਲੰਗਰ ਦੀ ਸੇਵਾ ਸ਼ੁਰੂ ਕਰ ਦਿਓ ਤੇ ਲੰਗਰ ਦੀ ਸੇਵਾ ਸ਼ੁਰੂ ਹੋ ਗਈ ਆ। ਹਾਂਜੀ ਹਾਂਜੀ, ਰਵੀ ਸਿੰਘ ਜੀ ਉੱਥੇ ਖਾਲਸਾ ਏਡ ਵਾਲੇ ਪੁੱਜ ਚੁੱਕੇ ਨੇ। ਹਾਂਜੀ ਬਿਲਕੁਲ, ਮੈਂ ਇਹੀ ਕਹਿਣਾ ਚਾਹੁੰਦਾ ਵੀ ਖਾਲਸੇ ਦੀ ਜਿਹੜੀ ਅਸਲੀ ਪਹਿਚਾਣ ਇਹੀ ਪਹਿਚਾਣ ਵਾ। ਹਾਂਜੀ, ਸਾਰੀ ਦੁਨੀਆ ਦੇ ਵਿੱਚ ਜੇ ਖਾਲਸੇ ਦੀ ਪਹਿਚਾਣ ਹੋਏ ਇਸੇ ਕਰਕੇ ਆ ਕਿ ਖਾਲਸਾ ਜਿੱਥੇ ਵੀ ਕਿਤੇ ਜ਼ੁਲਮ ਹੋ ਰਿਹਾ, ਜਿੱਥੇ ਵੀ ਕਿਤੇ ਕੋਈ ਘਾਟ ਦਿਸਦੀ ਆ, ਜਿੱਥੇ ਕਿਸੇ ਨੂੰ ਪ੍ਰਸ਼ਾਦੇ ਦੀ ਲੋੜ ਆ, ਕੱਪੜੇ ਦਵਾਈਆਂ ਦੀ ਲੋੜ ਆ, ਉੱਥੇ ਖਾਲਸਾ ਪਹੁੰਚਦਾ। ਹਾਂਜੀ, ਇਹ ਖਾਲਸੇ ਦੀ ਪਹਿਚਾਣ ਵਾ। ਤੇ ਮੈਂ ਤੁਹਾਡੀ ਬ੍ਰੇਕ ਤੇ ਨਹੀਂ ਆਉਣ ਵਾਲੀ। ਨਹੀਂ ਜੀ ਤੁਸੀਂ ਕਰ ਸਕਦੇ ਹੋ ਗੱਲ। ਹਾਂਜੀ ਹਾਂ ਬਿਲਕੁਲ ਲਾਓ। ਉੱਥੇ ਨਾ ਜਿਹੜਾ ਖਾਲਸਾ ਏਡ ਵਾਲਿਆਂ ਨੇ ਰਵੀ ਸਿੰਘ ਹੋਰਾਂ ਨੇ ਜਿਹੜਾ ਲੰਗਰ ਲਾਇਆ, ਦੇਖੋ ਲੰਗਰ ਦੀ ਮਹਾਨਤਾ ਮੈਂ ਦੱਸਣੀ ਚਾਹੁੰਦਾ। ਲੰਗਰ ਦੀ ਮਹਾਨਤਾ ਦੇਖੋ ਕੀ ਆ। ਹਾਂਜੀ, ਤੇ ਲੰਗਰ ਦੀ ਮਹਾਨਤਾ ਹੈਗੀ ਆ ਵੀ ਲੋਕਾਂ ਰੱਬ ਦੀਆਂ ਵੰਡੀਆਂ ਪਾਈਆਂ। ਲੋਕਾਂ ਰੱਬ ਦੀਆਂ ਵੰਡੀਆਂ ਪਾਈਆਂ, ਪਈਆਂ ਵੰਡੀਆਂ ਤਾਈ ਤੋੜੇ ਲੰਗਰ, ਓਏ ਖਾਲਕ ਦੀ ਕੁੱਲ ਖਲਕਤ ਨੂੰ ਭਾਈਚਾਰਕ ਰੂਪ ਚ ਜੋੜੇ ਲੰਗਰ। ਬਿਲਕੁਲ ਜੀ, ਲੋਕਾਂ ਰੱਬ ਦੀਆਂ ਵੰਡੀਆਂ ਪਾਈਆਂ, ਪਈਆਂ ਵੰਡੀਆਂ ਤਾਈ ਤੋੜੇ ਲੰਗਰ, ਓਏ ਖਾਲਕ ਦੀ ਕੁੱਲ ਖਲਕਤ ਨੂੰ ਭਾਈਚਾਰਕ ਰੂਪ ਚ ਜੋੜੇ ਲੰਗਰ। ਬਈ ਦੁਨੀਆ ਦੇ ਸਭ ਪ੍ਰਾਣੀਆਂ ਤਾਈ,
दुनिया दे सब प्राणियां ताई धर्म दा तत दर्शाए लंगर बई खेरू खेरू होई मनुखता लई सर्वोत्तम रोल निभाए लंगर यारो खेरू खेरू होई मनुखता लई सर्वोत्तम रोल निभाए लंगर यारो सर्वोत्तम रोल निभाए लंगर जी गगनदीप सिंह जी तुसी नोट करियो दो तीन बंद हो रहे हैं 1.5-2 मिनट लगने ने लंगर दा रोल देखो की है लंगर गुरु नानक पातशाह ਇਹਦੀ ਮਹਾਨਤਾ ਇਹਦੀ ਵਡਿਆਈ ਦੇਖਿਓ ਤੁਸੀਂ ਬਿਲਕੁਲ ਜੀ ਬਿਲਕੁਲ ਬਈ ਜੱਗ ਤੇ ਊਚ ਨੀਚ ਤੇ ਜਾਤ ਪਾਤ ਦੇ ਜੱਗ ਤੇ ਊਚ ਨੀਚ ਤੇ ਜਾਤ ਪਾਤ ਦੇ ਫੋਕੇ ਵਹਿਮ ਭਰਮ ਮਟਾਏ ਲੰਗਰ ਪਿੰਨ ਪਿੰਨ ਪੰਥਾਂ ਫਿਰਕਿਆਂ ਨੂੰ ਇੱਕੋ ਥਾਂ ਬਿਠਾਏ ਲੰਗਰ ਜੀ ਬਿਲਕੁਲ ਜੀ ਬਿਲਕੁਲ ਜੱਗ ਤੇ ਊਚ ਨੀਚ ਤੇ ਜਾਤ ਪਾਤ ਦੇ ਫੋਕੇ ਵਹਿਮ ਭਰਮ ਮਟਾਏ ਲੰਗਰ ਓਏ ਭਿੰਨ ਭਿੰਨ ਪੰਥਾਂ ਫਿਰਕਿਆਂ ਨੂੰ ਇੱਕੋ ਥਾਂ ਬਿਠਾਏ ਲੰਗਰ ਬਈ ਮਨਮਤੀਆਂ ਜਨਤਾ ਕਰੀ ਕਲੰਕਤ ਬਿਲਕੁਲ ਜੀ ਬਿਲਕੁਲ ਮਨਮਤੀਆਂ ਜਨਤਾ ਕਰੀ ਕਲੰਕਤ ਉਸ ਕਾਲਖ ਨੂੰ ਲਾਹੇ ਲੰਗਰ ਓਏ ਉੱਚੀ ਸੁੱਚੀ ਸੇਧ ਬਖਸ਼ ਕੇ ਪਰਮਾਰਥ ਦਾ ਰਾਹ ਵਿਖਾਏ ਲੰਗਰ ਯਾਰੋ ਉੱਚੀ ਸੁੱਚੀ ਸੇਧ ਬਖਸ਼ ਕੇ ਪਰਮਾਰਥ ਦਾ ਰਾਹ ਵਿਖਾਏ ਲੰਗਰ ਯਾਰੋ ਪਰਮਾਰਥ ਦਾ ਰਾਹ ਵਿਖਾਏ ਲੰਗਰ ਬਿਲਕੁਲ ਜੀ ਬਿਲਕੁਲ ਬਈ ਸਭ ਭੁੱਲੀਆਂ ਭਟਕੀਆਂ ਕੱਟੜ ਰੂਹਾਂ ਨੂੰ ਸਭ ਭੁੱਲੀਆਂ ਭਟਕੀਆਂ ਕੱਟੜ ਰੂਹਾਂ ਨੂੰ ਏਕੇ ਦਾ ਸਬਕ ਸਿਖਾਏ ਲੰਗਰ ਓਏ ਭੁੱਖਿਆਂ ਭਾਣਿਆਂ ਦੀ ਭੁੱਖ ਮਿਟਾ ਕੇ ਮਾਨਵੀ ਗੁਲਸ਼ਨ ਨੂੰ ਮਹਿਕਾਏ ਲੰਗਰ ਬਿਲਕੁਲ ਜੀ ਬਿਲਕੁਲ ਜਿਸਮਾਨੀ ਲੋੜ ਤੋਂ ਉੱਪਰ ਉੱਠ ਕੇ ਜਿਸਮਾਨੀ ਲੋੜ ਤੋਂ ਉੱਪਰ ਉੱਠ ਕੇ ਆਤਮਕ ਸੁਖ ਪਹੁੰਚਾਏ ਲੰਗਰ ਓਏ ਮਜ਼ਹਬਾਂ ਦੇ ਨਾਂ ਤੇ ਮਰਦਿਆਂ ਨੂੰ ਮਜ਼ਹਬਾਂ ਦੇ ਮਾਨੇ ਸਮਝਾਏ ਲੰਗਰ ਵਾਹਿਗੁਰੂ बहुत डूंगी गल गगनदीप सिंह जी बिल्कुल जी बिल्कुल जिसमानी लोड़ तो ऊपर उठ के आत्मक सुख पहुंचाए लंगर ओए मजहबां दे नां ते मर्दियां नू मजहबां दे माने समझाए लंगर यारो मजहबां दे नां ते मर्दियां नू मजहबां दे माने समझाए लंगर यारो मजहबां दे माने समझाए लंगर गगनदीप सिंह जी आखिरी एक बंद बोल के तुहाडे खिमा जरूर जी जरूर ओ अमृत बूंदा चखदा समझो कौन भला ओ अमृत बूंदा चखदा समझो जो जो गुर का छकदा लंगर ताइयों दुनिया भर विच वरते गुरु नानक दी बख्शिश लंगर वाहिगुरू ओ अमृत बूंदा शुक्रिया ओ अमृत बूंदा चखदा समझो जो जो गुर का छकदा लंगर ओए ताइयों दुनिया भर विच वरते गुरु नानक दी बख्शिश लंगर बई ध्यान इस दे मंतव कन्नी धरिए ध्यान इस दे मंतव कन्नी धरिए होवे कुर्सी ते भावें भुंजे लंगर आपस विच लड़ मरन दा भोग लै हरगिज ना पाठ पढ़ाए लंगर बई आपस विच लड़ मरन दा भोग लै हरगिज ना पाठ पढ़ाए लंगर यारो हरगिज ना पाठ पढ़ाए लंगर तुसी लंगर दी महानता देखो लंगर दी वडियाई देखो सारी दुनिया दे विच गुरु नानक दे सिख दी पहचान जिहड़ी आ खालसा पंथ दी पहचान जिहड़ी आ ओ इक्को इक आ जिहड़ी सूरज वांगू चमक रही आ ओ ये है कि जिथे किते किते भुखा आ उथे लंगर वरतेगा कपड़े दी लोड़ आ कपड़ा पहुंचेगा ते दवाई दी लोड़ ते दवाई पहुंचेगी ये गुरु नानक दी वडियाई है गुरु नानक पातशाह दे बरताए हुए चालू शुरू कीते हुए लंगर दी वडियाई है बिल्कुल जी ਅੱਜ ਵੀ ਉੱਥੇ ਹੋ ਰਿਹਾ ਉੱਥੇ ਲੋੜ ਸੀ ਇਹ ਸਾਡੀ ਪਹਿਚਾਨ ਵਾ ਸਾਨੂੰ ਛੋਟਾ ਦਿਖਾਉਣ ਵਾਸਤੇ ਸਾਨੂੰ ਛੁਟਿਆਉਣ ਵਾਸਤੇ ਸਾਨੂੰ ਕੁਝ ਨੇ ਦੂਸਰੇ ਅਪ ਸ਼ਬਦਾਂ ਨਾਲ ਕਹਿਣ ਵਾਲਿਆਂ ਨੂੰ ਕੋਈ ਸੰਗ ਆਉਣੀ ਚਾਹੀਦੀ ਕੋਈ ਸ਼ਰਮ ਆਉਣੀ ਚਾਹੀਦੀ 2% ਕਹਿਣ ਵਾਲਿਆਂ ਨੂੰ ਤੇ 2% ਜਿਹੜਾ ਆ ਯੂਕਰੇਨ ਦੇ ਵਿੱਚ ਵੀ ਪਹੁੰਚੇ ਸੀਗੇ ਚਾਹੇ ਉਹ ਜੰਮੂ ਕਸ਼ਮੀਰ ਦੀ ਲੜਾਈ ਹੋਵੇ ਉੱਥੇ ਵੀ ਪਹੁੰਚੇ ਸੀ ਚਾਹੇ ਕਿਤੇ ਵੀ ਹਿੰਸਕ ਘਟਨਾ ਹੋਵੇ ਉੱਥੇ ਜਿਹੜੇ 2% ਵਾਲੇ ਆ ਇਹ ਪਹੁੰਚ ਹੀ ਜਾਂਦੇ ਨੇ ਜੀ मैं कहना गगनदीप सिंह जी गुरु नानक पातशाह जी पहचान ही होया बिल्कुल जी बिल्कुल पहचान वा सानू जेडे अप शब्द बोलते ने खालसा पंथ वास्ते गुरु नानक वास्ते या गुरु साहब वास्ते उन्होंने मैं कहना चप्पणी च पानी पा के डुब मारना चाहिए बिल्कुल जी बिल्कुल ठीक है जी भोगल साहब जी बहुत बहुत धन्यवाद चुका दी खिमा
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਧੰਨਵਾਦ ਭੋਗਲ ਸਾਹਿਬ, ਆਪਣੇ ਜਿਹੜਾ ਆ ਕਵਿਤਾ ਦੇ ਨਾਲ ਜਿਹੜਾ ਆ ਤੁਸੀਂ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ ਨੇ, ਉੱਥੇ ਦਾ ਜਿਹੜਾ ਹਾਲ ਵੀ ਪ੍ਰਗਟਾਇਆ, ਤੇ ਭਾਈ ਕਨ੍ਹਈਆ ਜੀ ਦੀ ਇੱਕ ਵਾਰ ਫੇਰ ਜਿਹੜੀ ਆ ਉਹ ਤੁਸੀਂ ਸਾਨੂੰ ਇੱਥੇ ਪ੍ਰੋਗਰਾਮ ਦੇ ਵਿੱਚ ਜਿਹੜੀ ਆ ਉਹ ਯਾਦ ਦਿਵਾ ਦਿੱਤੀ ਹੈ। ਤੇ ਰੋਹਿਤ ਜੀ ਹੁਣ ਵੇਲਾ ਛੋਟੇ ਜਿਹੇ ਅੰਤਰਾਲ ਦਾ ਹੋ ਰਿਹਾ, ਤੇ ਜਿਹੜਾ ਅਗਲਾ ਪ੍ਰੋਗਰਾਮ ਹੈ ਉਹ ਅਸੀਂ ਕਰਾਂਗੇ ਛੋਟੇ ਜਿਹੇ ਅੰਤਰਾਲ ਤੋਂ ਬਾਅਦ। ट्रैवल माई वर्ल्ड ਤੁਹਾਡੇ ਲਈ ਸਸਤੀਆਂ ਟਿਕਟਾਂ ਲੈ ਕੇ ਹਾਜ਼ਰ ਹੈ। ਗੁਰੂ ਧਾਮਾਂ ਦੇ ਦਰਸ਼ਨ ਕਰਨ ਜਾਣਾ ਹੈ, ਵੀਜ਼ਾ ਲਗਵਾਉਣਾ ਹੈ, ਪੈਨ ਕਾਰਡ ਬਣਾਉਣਾ ਹੈ, OCI ਕਾਰਡ ਬਣਾਉਣਾ ਹੈ, ਬਾਇਓਮੈਟ੍ਰਿਕ ਕਾਰਡ ਬਣਾਉਣਾ ਹੈ। ਤੁਹਾਡਾ ਆਪਣਾ ਤੇ ਭਰੋਸੇਮੰਦ ਪਾਰਟਨਰ ਟਰੈਵਲ ਮਾਈ ਵਰਲਡ, 69 ਹਾਈ ਸਟਰੀਟ ਨੀਅਰ ਗੁਰਦੁਆਰਾ ਸ਼੍ਰੀ ਹਰਿਰਾਏ ਸਾਹਿਬ, ਵੈਸਟ ਬ੍ਰੋਮਿਚ। ਇੰਡੀਆ ਦਾ ਵੀਜ਼ਾ ਲਗਵਾਉਣਾ ਹੋਵੇ ਜਾਂ ਵਰਲਡ ਦੇ ਕਿਸੇ ਵੀ ਕੋਨੇ ਦਾ ਵੀਜ਼ਾ ਲਗਵਾਉਣਾ ਹੋਵੇ, ਯਾਦ ਰੱਖੋ ਤੁਹਾਡਾ ਆਪਣਾ ਤੇ ਭਰੋਸੇਮੰਦ ਪਾਰਟਨਰ ਟਰੈਵਲ ਮਾਈ ਵਰਲਡ। ਤੋਂ ਬਾਅਦ ਫਿਰ ਤੋਂ ਤੁਹਾਡਾ ਸਵਾਗਤ ਹੈ, ਤੇ ਆਓ ਅਸੀਂ ਗੱਲਬਾਤ ਕਰਦੇ ਹਾਂ ਅਗਲੇ ਪ੍ਰੋਗਰਾਮ ਬਾਰੇ। ਅਗਲੇ ਪ੍ਰੋਗਰਾਮ ਦਾ ਜੋ ਸਾਡਾ ਹੈਗਾ ਆ ਉਸ ਦਾ ਨਾਮ ਹੈ ਅਖਬਾਰ ਹਾਜ਼ਰ ਹੈ ਜੀ। ਪਹਿਲਾਂ ਨਿਊਜ਼ ਹੈਡਲਾਈਨਸ ਵੱਲ ਵਧਦੇ ਹਾਂ। ਪਹਿਲੀ ਹੈਡਲਾਈਨ ਇਹ ਹੈ ਕਿ ਯੂਕਰੇਨ ਤੇ ਰੂਸ ਦੇ ਹਮਲੇ ਵਿੱਚ 14 ਬੱਚਿਆਂ ਸਮੇਤ 252 ਨਾਗਰਿਕਾਂ ਦੀ ਮੌਤ, 1684 ਜ਼ਖਮੀ। ਤੇ ਯੂਕਰੇਨ ਵੱਲੋਂ ਰੂਸ ਨੂੰ ਮੋਹ ਤੋੜ ਜਵਾਬ, 3500 ਫੌਜੀ ਮਰਨ ਤੇ ਸੈਂਕੜੇ ਨੂੰ ਜਿਹੜਾ ਆ ਬੰਦੀ ਬਣਾਉਣ ਦਾ ਵੀ ਦਾਅਵਾ ਕੀਤਾ ਜਾ ਰਿਹਾ। ਯੂਕਰੇਨ ਤੋਂ 249 ਭਾਰਤੀਆਂ ਨੂੰ ਲੈ ਕੇ ਦਿੱਲੀ ਪਹੁੰਚੀ 5ਵੀਂ ਫਲਾਈਟ। 12ਵੀਂ ਜਮਾਤ ਦੇ ਇਤਿਹਾਸ ਦੀ ਕਿਤਾਬ ਬਾਰੇ ਉੱਠੇ ਵਿਵਾਦ ਤੇ ਸਿੱਖਿਆ ਮੰਤਰੀ ਪੰਜਾਬ ਨੇ ਮੰਗੀ ਰਿਪੋਰਟ। ਪੰਜਾਬ ਤੇ ਹਰਿਆਣਾ ਦੇ ਸਥਾਈ ਮੈਂਬਰਾਂ ਦੇ ਨਿਯਮਾਂ ਵਿੱਚ ਬਦਲਾਅ ਸੰਬੰਧੀ BBMB ਨੇ ਦਿੱਤਾ ਇਹ ਸਪਸ਼ਟੀਕਰਨ। ਖਾਣ ਪੀਣ ਦਾ ਸਮਾਨ ਖਤਮ, ਪੀਣ ਵਾਲੇ ਟੈਂਕਰ ਦੇ ਪਾਣੀ ਵੀ ਹੋਏ ਖਾਲੀ, ਸਰਕਾਰ ਬੁਲਾ ਰਹੀ ਹੈ 1700 ਕਿਲੋਮੀਟਰ ਦੂਰ ਬਾਰਡਰ ਤੇ। ਖਾਣ ਪੀਣ ਦਾ ਸਮਾਨ ਖਤਮ ਹੈ ਤੇ ਪੀਣ ਦੇ ਟੈਂਕਰ ਪਾਣੀ ਦੇ ਪੀਂਦੀ ਹੋਈ ਖਾਲੀ, ਸਰਕਾਰ ਬੁਲਾ ਰਹੀ 1700 ਕਿਲੋਮੀਟਰ ਦੂਰ ਬਾਰਡਰ ਤੇ ਅੱਗੇ ਜਿਹੜੀ ਨੈਕਸਟ ਹੈਡਲਾਈਨ ਹੈ ਕਿ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਫਰਲੋ ਖਤਮ, ਅੱਜ ਹੋਵੇਗੀ ਸੁਨਾਰੀਆ ਜੇਲ੍ਹ ਵਾਪਸੀ। ਪੰਜਾਬ ਚੋਣਾਂ 'ਚ ਜਿੱਤ ਲਈ ਹਿਮਾਚਲ ਦੇ ਬਗਲਾ ਮੁਖੀ ਮੰਦਿਰ 'ਚ ਮੱਥਾ ਟੇਕ ਰਹੇ ਨੇ ਪੰਜਾਬ ਦੇ ਸਿਆਸਤਦਾਨ। ਤੇ ਹਿਟ ਐਂਡ ਰਨ ਮਾਮਲੇ 'ਚ ਮੌਤ ਤੇ 1 ਅਪ੍ਰੈਲ ਤੋਂ 8 ਗੁਣਾ ਵੱਧ ਮਿਲੇਗਾ ਮੁਆਵਜ਼ਾ। ਤੇ ਆਓ ਵਧਦੇ ਹਾਂ ਅਸੀਂ ਹੁਣ ਇਸ ਖਬਰਾਂ ਦੇ ਵਿਸਤਾਰ ਦੇ ਵਿੱਚ। ਤੇ ਇਹ ਜਿਹੜੀਆਂ ਖਬਰਾਂ ਨੇ ਉਹ ਇਸੇ ਤਰ੍ਹਾਂ ਜਿਹੜੀਆਂ ਨੇ ਲਗਾਤਾਰ ਬਣੀਆਂ ਰਹਿੰਦੀਆਂ ਨੇ। ਤੇ ਤੁਸੀਂ ਰੂਹੀ ਜੀ ਕੀ ਕਹਿਣਾ ਚਾਹੋਗੇ ਕਿ ਜਿਹੜਾ ਆ ਬੱਚੇ ਜਿਹੜਾ ਉਹ ਉੱਥੇ ਮਰ ਰਹੇ ਨੇ, ਆਪਣੇ ਭਾਰਤੀ ਜਿਹੜੇ ਨੇ ਉਹ ਵੀ ਜਿਹੜੇ ਨੇ ਫਸੇ ਹੋਏ ਨੇ, ਤੇ ਜਾਂ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਜਿਹੜੇ ਪੰਜਾਬ ਦੇ ਵਿੱਚੋਂ ਕੁਝ ਜਿਹੜੇ ਨੇ ਬੁੱਧੀਜੀਵੀ ਲੋਕ ਨੇ ਉਹ ਇਹ ਕਹਿ ਰਹੇ ਨੇ ਕਿ ਜਿਹੜਾ ਆ ਉੱਥੇ ਆਰਮੀ ਦੇ ਵਿੱਚ ਜਿਹੜਾ ਆ ਸਾਨੂੰ ਸ਼ਮੂਲੀਅਤ ਕਰਨੀ ਚਾਹੀਦੀ ਆ। ਤੇ ਜਿਹੜੀ ਵੱਡੀ ਖਬਰ ਉਹ ਸਾਹਮਣੇ ਆ ਰਹੀ ਹੈ ਕਿ ਜਿਵੇਂ ਜਿਹੜੇ ਰੂਸ ਦੇ ਰਾਸ਼ਟਰਪਤੀ ਸੀਗੇ ਉਹ ਵੀ ਜਿਹੜੇ ਆ ਫੌਜੀ ਡਰੈਸ ਦੇ ਵਿੱਚ ਜਿਹੜਾ ਆ ਉਹ ਫੌਜੀਆਂ ਦੇ ਨਾਲ ਜਿਹੜਾ ਹਮਲੇ 'ਚ ਸ਼ਾਮਲ ਹੋਏ ਸੀਗੇ, ਤੇ ਉਹਨਾਂ ਦੀ ਜਿਹੜੀ ਆ ਪਤਨੀ ਸੀਗੀ ਉਹ ਵੀ ਹੁਣ ਜਿਹੜਾ ਆ ਉਹ ਫੌਜ ਦੇ ਵਿੱਚ ਜਿਹੜਾ ਹਿੱਸੇਦਾਰੀ ਜਿਹੜੀ ਆ ਉਸਨੇ ਪਾ ਲਈ ਆ। ਉਸਨੇ ਵੀ ਜਿਹੜੀ ਆ ਫੌਜੀ ਡਰੈਸ ਧਾਰਨ ਕਰਕੇ ਜਿਹੜਾ ਆ ਰੂਸ ਖਿਲਾਫ ਜੰਗ ਲੜਨ ਦੀ ਜਿਹੜੀ ਆ ਉਹ ਜਿਹੜਾ ਮਨ ਬਣਾ ਲਿਆ, ਹੱਲਾ ਜਿਹੜਾ ਆ ਉਹ ਬੋਲ ਦਿੱਤਾ ਆ। ਇਸੇ ਤਰ੍ਹਾਂ ਜਿਹੜਾ ਆ ਸਾਨੂੰ ਵੀ ਜਿਹੜਾ ਆ ਕਰਨਾ ਚਾਹੀਦਾ ਕਿ ਜਦੋਂ ਸਾਡੇ ਤੇ ਕੋਈ ਸੰਕਟ ਆਵੇ ਸਾਨੂੰ ਉਸ ਦਾ ਜਿਹੜਾ ਆ ਡਟ ਕੇ ਮੁਕਾਬਲਾ ਕਰਨਾ ਚਾਹੀਦਾ। ਪਰ ਅਸੀਂ ਇਹ ਕਹਿ ਸਕਦੇ ਹਾਂ ਰੋਹਿਤ ਜੀ, ਜਿਹੜਾ ਇਹ ਗੁੰਡਾਗਰਦੀ ਦਾ ਜਿਹੜਾ ਉੱਥੇ ਯੂਕਰੇਨ 'ਚ ਨੰਗਾ ਨਾਚ ਕਰ ਰਹੀ ਹੈ ਇਹ ਰੂਸ, ਇਸ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ, ਕਿਉਂਕਿ ਲੜਾਈ ਦਾ ਜਿਹੜਾ ਹੱਲ ਹੁੰਦਾ ਆ ਜਾਂ ਲੜਾਈ ਦਾ ਜਿਹੜਾ ਅੰਤ ਹੁੰਦਾ ਆ ਉਹ ਕਾਫੀ ਖਤਰਨਾਕ ਹੁੰਦਾ ਆ। ਇਸ ਦੇ ਵਿੱਚ ਜਾਨੀ ਮਾਲੀ ਕਈ ਤਰ੍ਹਾਂ ਦੇ ਜਿਹੜੇ ਨੇ ਉਹ ਨੁਕਸਾਨ ਜਿਹੜੇ ਹੁੰਦੇ ਨੇ। ਪਰ ਇਹ ਵੀ ਗੱਲ ਜ਼ਿਕਰ ਹੋ ਗਿਆ ਕਿ ਯੂਕਰੇਨ ਵੀ ਪਿੱਛੇ ਨਹੀਂ ਹਟਿਆ ਫਿਰ। ਹਾਂਜੀ ਬਿਲਕੁਲ। ਦੇਖੋ ਜੀ ਇੱਕ ਸਾਡੇ ਗੁਰਾਂ ਨੇ ਸਾਨੂੰ ਜਿਹੜਾ ਆ ਇੱਕ ਹੁਕਮ ਦਿੱਤਾ ਸੀਗਾ, ਤੇ ਅਸੀਂ ਹਮੇਸ਼ਾ ਬਾਣੀ 'ਚ ਪੜ੍ਹਦੇ ਹਾਂ ਕਿ ਦੇਸ਼ ਸੇਵਾ ਵਰਮੋਹੇ ਹੈ ਸ਼ੁਭ ਕਰਮਨ ਤੇ ਕਬਹੂ ਨਾ ਟਰੋ ਅਰਸੋ ਜਪ ਜਾਏ ਲਰੋ ਨਿਸ਼ਚੈ ਕਰ ਆਪਣੀ ਜੀਤ ਕਰੋ। ਕਿ ਸ਼ਾਇਦ ਪਰਮਾਤਮਾ, ਦੇਖੋ ਜੇ ਪਰਮਾਤਮਾ ਇੱਕ ਹੈ ਤੇ ਇਹੀ ਜਿਹੜਾ ਫਰਮਾਨ ਹੈ ਜਾਂ ਇਹੀ ਹੁਕਮ ਹੈ
ਉਹਨਾਂ ਨੂੰ ਵੀ ਕਿਤੇ ਨਾ ਕਿਤੋਂ ਮਿਲਿਆ ਹੀ ਹੋ ਗਿਆ ਜੀ ਠੀਕ ਹੈ ਨਾ। ਇਸੇ ਕਰਕੇ ਉਹ ਵੀ ਜਿਹੜੇ ਰੱਬ ਦੇ ਬੰਦੇ ਨੇ, ਦੇਖੋ ਜਦੋਂ ਜਾਨ ਤੇ ਗੱਲ ਪਹੁੰਚ ਜਾਵੇ ਤਾਂ ਹਰੇ ਕੋਈ ਜਿਹੜਾ ਡਟ ਕੇ ਮੁਕਾਬਲਾ ਕਰਨ ਦੇ ਵਿੱਚ ਜਿਹੜਾ ਆ ਉਹ ਵਿਸ਼ਵਾਸ ਰੱਖਦਾ ਹੈ। ਇਸੇ ਤਰ੍ਹਾਂ ਜਿਹੜੇ ਨੇ ਯੂਕਰੇਨੀ ਨੇ, ਉਹਨਾਂ ਦੀ ਤਾਂ ਕੋਈ ਗਲਤੀ ਵੀ ਨਹੀਂ ਜੀ ਠੀਕ ਹੈ ਨਾ, ਤੇ ਆਪਣੀ ਗਲਤੀ ਕਿਉਂ ਮੰਨ ਲੈਣ। ਇਸੇ ਤਰ੍ਹਾਂ ਜਿਹੜੀਆਂ ਨੇ ਕਈ ਘਟਨਾਵਾਂ ਜਿਹੜੀਆਂ ਨੇ ਉਹ ਅਸੀਂ ਜਿਹੜੀਆਂ ਸਾਂਝੀਆਂ ਕਰਨੀਆਂ ਨੇ। ਤੇ ਪਹਿਲੀ ਜਿਹੜੀ ਖਬਰ ਕੀ ਆ ਰਹੀ ਹੈ ਕਿ ਯੂਕਰੇਨ ਦੇ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਰੂਸ ਦੇ ਹਮਲੇ ਦੌਰਾਨ 352 ਨਾਗਰਿਕ ਮਾਰੇ ਗਏ ਹਨ, ਜਿਨ੍ਹਾਂ ਵਿੱਚ 14 ਬੱਚੇ ਵੀ ਸ਼ਾਮਲ ਹਨ। ਇਸ ਵਿੱਚ ਕਿਹਾ ਗਿਆ ਹੈ ਕਿ 116 ਬੱਚਿਆਂ ਸਮੇਤ ਹੋਰ 1684 ਲੋਕ ਜ਼ਖਮੀ ਹੋਏ ਨੇ। ਮੰਤਰਾਲੇ ਦੇ ਬਿਆਨ ਵਿੱਚ ਯੂਕਰੇਨ ਦੇ ਹਥਿਆਰਬੰਦ ਬਲਾਂ ਵਿੱਚ ਹੋਏ ਨੁਕਸਾਨ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ ਤੇ ਰੂਸ ਨੇ ਦਾਅਵਾ ਕੀਤਾ ਹੈ ਕਿ ਉਸਦੇ ਫੌਜੀ ਸਿਰਫ ਯੂਕਰੇਨ ਦੇ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਰਹੇ ਨੇ ਤੇ ਉਸ ਦਾ ਕਹਿਣਾ ਹੈ ਕਿ ਯੂਕਰੇਨ ਦੀ ਨਾਗਰਿਕ ਆਬਾਦੀ ਨੂੰ ਕੋਈ ਖਤਰਾ ਨਹੀਂ ਹੈ। ਰੂਸ ਨੇ ਆਪਣੇ ਸੈਨਿਕਾਂ ਦੇ ਮਾਰੇ ਜਾਣ ਬਾਰੇ ਕੋਈ ਜਾਣਕਾਰੀ ਜਾਰੀ ਨਹੀਂ ਕੀਤੀ ਹੈ। ਰੂਸੀ ਰੱਖਿਆ ਮੰਤਰਾਲੇ ਨੇ ਐਤਵਾਰ ਨੂੰ ਹੀ ਸਵੀਕਾਰ ਕੀਤਾ ਕਿ ਰੂਸੀ ਸੈਨਿਕ ਮਾਰੇ ਗਏ ਤੇ ਜ਼ਖਮੀ ਹੋਏ ਨੇ ਬਿਨਾਂ ਕੋਈ ਨੰਬਰ ਦਿੱਤੇ ਤੇ ਐਤਵਾਰ ਨੂੰ ਰੂਸੀ ਰੱਖਿਆ ਮੰਤਰਾਲੇ ਦੇ ਬੁਲਾਰੇ ਮੇਜਰ ਜਨਰਲ ਇਗੋਰ ਕੋਨਾਸ਼ਕੋਨਵੇ ਨੇ ਕਿਹਾ ਕਿ ਸਾਡੇ ਸਾਥੀਆਂ ਵਿੱਚ ਮਰੇ ਤੇ ਜ਼ਖਮੀ ਹਨ ਤੇ ਬਿਨਾਂ ਕੋਈ ਸੰਖਿਆ ਦਿੱਤੇ। ਜੀ ਉਸਨੇ ਅੱਗੇ ਕਿਹਾ ਕਿ ਰੂਸ ਦਾ ਨੁਕਸਾਨ ਯੂਕਰੇਨੀ ਬਲਾਂ ਦੇ ਮੁਕਾਬਲੇ ਕਈ ਗੁਣਾ ਘੱਟ ਹੈ। ਯੂਕਰੇਨ ਨੇ ਦਾਅਵਾ ਕੀਤਾ ਕਿ ਉਸ ਦੇ ਬਲਾਂ ਨੇ 3500 ਰੂਸੀ ਸੈਨਿਕਾਂ ਨੂੰ ਮਾਰ ਦਿੱਤਾ ਹੈ। ਕੋਨਾਸ਼ੇਨਕੋਵ ਨੇ ਇਹ ਵੀ ਕਿਹਾ ਹੈ ਕਿ ਵੀਰਵਾਰ ਨੂੰ ਹਮਲੇ ਦੀ ਸ਼ੁਰੂਆਤ ਤੋਂ ਲੈ ਕੇ ਰੂਸੀ ਫੌਜ ਨੇ 27 ਕਮਾਂਡਰ ਪੋਸਟਾਂ ਤੇ ਸੰਚਾਰ ਕੇਂਦਰਾਂ, 38 ਹਵਾਈ ਰੱਖਿਆ ਮਿਜ਼ਾਈਲ ਪ੍ਰਣਾਲੀ ਤੇ 56 ਰਾਡਾਰ ਸਟੇਸ਼ਨਾਂ ਤੇ 1067 ਯੂਕਰੇਨੀ ਫੌਜੀ ਟਿਕਾਣਿਆਂ ਨੂੰ ਜਿਹੜਾ ਆ ਉਹ ਮਾਰਿਆ। ਕੋਨਾਸ਼ੇਨਕੋਵ ਦੇ ਦਾਅਵਿਆਂ ਤੇ ਯੂਕਰੇਨ ਦੇ ਦੋਸ਼ਾਂ ਜਿਹੜਾ ਦੇਸ਼ਾਂ ਨੂੰ ਉਸ ਦੀਆਂ ਫੌਜਾਂ ਨੇ ਹਜ਼ਾਰਾਂ ਰੂਸੀ ਸੈਨਿਕਾਂ ਨੂੰ ਮਾਰਿਆ ਤੇ ਉਹਦੀ ਜਿਹੜੀ ਆ ਸੁਤੰਤਰ ਤੌਰ ਤੇ ਜਿਹੜੀ ਆ ਪੁਸ਼ਟੀ ਨਹੀਂ ਕੀਤੀ ਜਾ ਸਕਦੀ। ਜੀ ਸੰਗਤ ਲਾਈਵ 'ਚ ਤੁਹਾਡਾ ਸਵਾਗਤ ਹੈ। ਆਪਣਾ ਨਾਮ ਦੱਸੋ ਜੀ। ਮੈਂ ਚਰਨ ਸਿੰਘ ਬੋਲਦਾ ਜੀ। ਮੈਂ ਇਹੀ ਪਤਾ ਕਰਨਾ ਜੀ ਆਪਣਾ ਪਹਿਲਾਂ ਤੁਹਾਡੇ ਨਾਲ ਦਾ ਇੱਕ ਗਰੁੱਪ ਸੀ, ਉਹ ਕੀ ਉਹਨਾਂ ਨੂੰ ਕੀ ਗੱਲ ਹੋਈ ਜੀ? ਉਹ ਕੀ ਆਉਂਦੇ ਕਾ ਤੇ ਨਹੀਂ ਜੰਮੂ ਸਰ ਥੋੜਾ ਜਿਹਾ ਇਲੈਕਸ਼ਨਾਂ ਦੇ ਵਿੱਚ ਬਿਜੀ ਸੀਗੇ ਤੇ ਜਿਸ ਤਰ੍ਹਾਂ ਪ੍ਰੋਗਰਾਮ ਹੋਏਗਾ ਉਹਨਾਂ ਦਾ ਅਸੀਂ ਜ਼ਰੂਰ ਇੱਥੇ ਜਿਹੜਾ ਪ੍ਰੋਗਰਾਮ ਦੇ ਵਿੱਚ ਅਸੀਂ ਉਹਨਾਂ ਦੀ ਜਿਹੜੀ ਆ ਸ਼ਮੂਲੀਅਤ ਕਰਾਵਾਂਗੇ ਜੀ। ਜੀ ਵੈਸੇ ਅਸੀਂ ਦੱਸ ਦਿੰਦੇ ਆ ਕਿ ਸਾਡੇ ਜਿਹੜੇ ਵਿਊਅਰਸ ਨੇ ਕਾਫੀ ਯਾਦ ਕਰਦੇ ਨੇ ਉਹਨਾਂ ਨੂੰ। ਨਹੀਂ ਮੈਂ ਹਟਾਈ ਦਿੱਤਾ, ਪਤਾ ਕੱਟ ਦਿੱਤਾ। ਉਹ ਤਾਂ ਇਜ਼ ਗੁੱਡ ਜਰਨਲਿਸਟ ਹੀ ਪੇਇੰਗ ਡੀਪ ਥਿੰਗਸ। ਬਿਲਕੁਲ ਜੀ ਬਿਲਕੁਲ ਜੀ ਓਕੇ ਥੈਂਕ ਯੂ ਜੀ। ਜੀ ਬਹੁਤ ਬਹੁਤ ਸ਼ੁਕਰੀਆ ਜੀ। ਤੇ ਜਿਹੜੀ ਅਗਲੀ ਵੱਡੀ ਖਬਰ ਆ ਰਹੀ ਹੈ ਕਿ ਯੂਕਰੇਨ ਦੇ ਹਮਲੇ ਤੋਂ ਬਾਅਦ ਰੂਸ ਦੀ ਫੌਜ ਰਾਜਧਾਨੀ ਕੀਵ ਦੇ ਅੰਦਰ ਪਹੁੰਚ ਗਈ ਹੈ ਤੇ ਉੱਥੇ ਲੜਾਈ ਜਾਰੀ ਹੈ। ਅਧਿਕਾਰੀਆਂ ਨੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਨਾਹ ਲੈਣ ਲਈ ਕਿਹਾ। ਰੂਸੀ ਫੌਜਾਂ ਨੇ ਇਲਾਕੇ ਦੀ ਜਾਣਕਾਰੀ ਨਾ ਹੋਣ ਤੇ ਯੂਕਰੇਨ ਫੌਜ ਵੱਲੋਂ ਜਿਹੜਾ ਆ ਉਹ ਦਿੱਤੇ ਜਾ ਰਹੇ ਜਵਾਬ ਜਿਹੜਾ ਆ ਕਾਰਨ ਕੀਵ ਅੱਗੇ ਵਧਣ 'ਚ ਮੁਸ਼ਕਿਲ ਆ ਰਹੀ ਹੈ। ਰੂਸ ਨੇ ਦੇ ਜਿਹੜੇ ਆ ਤਰਜਮਾਨ ਦਮਿਤਰੀ ਜਿਹੜਾ ਪੇਸਕੋਵ ਨੇ ਕਿਹਾ ਕਿ ਯੂਕਰੇਨ ਵੱਲੋਂ ਵਾਰਤਾ ਤੋਂ ਇਨਕਾਰ ਕੀਤੇ ਜਾਣ ਮਗਰੋਂ ਫੌਜ ਨੇ ਮੁੜ ਕਾਰਵਾਈ ਕਰਦਿਆਂ ਹਮਲੇ ਤੇਜ਼ ਕਰ ਦਿੱਤੇ ਨੇ। ਉਧਰ ਯੂਕਰੇਨ ਜਿਹੜੇ ਆ ਫੌਜ ਮੁਤਾਬਕ ਜਿਹੜੇ ਰੂਸ ਦੇ 14000 ਜਿਹੜਾ ਹੈ 8 ਹੈਲੀਕਾਪਟਰ, 102 ਟੈਂਕ ਤੇ 536 BBM ਤੇ 15 ਭਾਰੀ ਮਸ਼ੀਨ ਗੰਨਾਂ ਨੂੰ ਜਿਹੜਾ ਆ ਉਹ ਡਿਸਟਰੋਏ ਕਰ ਦਿੱਤਾ ਹੈ। ਜੀ ਸੰਗਤ ਲਾਈਵ 'ਚ ਤੁਹਾਡਾ ਸਵਾਗਤ ਹੈ। ਆਪਣਾ ਨਾਮ ਦੱਸੋ ਜੀ। ਹੈਲੋ ਹਾਂਜੀ ਹਾਂ ਜੀ, ਬੀਬਾ ਰੂਹੀ ਕੌਰ ਗਰੋਰ ਜੀ ਤੁਹਾਨੂੰ ਤੇ ਸਰਦਾਰ ਗਗਨਦੀਪ ਸਿੰਘ ਜੀ ਨੂੰ ਬਲਿਹਾਰ ਸਿੰਘ ਰੰਧਾਵਾ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੇਟਾ ਜੀ ਹਾਂਜੀ ਜੀ ਬਲਿਹਾਰ ਸਿੰਘ ਜੀ। ਤੁਸੀਂ ਗਗਨਦੀਪ ਸਿੰਘ ਜੀ, ਮੈਂ ਦੋ ਗੱਲਾਂ ਕਰਨੀਆਂ। ਹਾਂਜੀ ਜ਼ਰੂਰ ਜੀ। ਇੱਕ ਤਾਂ ਜਿਹੜਾ ਤੁਸੀਂ ਯੂਕਰੇਨ ਵਿੱਚ ਫਸੇ ਆਪਣੇ ਭਾਰਤੀ ਵਿਦਿਆਰਥੀਆਂ ਬਾਰੇ ਖਾਸ ਕਰਕੇ ਗੱਲ ਕਹੀ ਆ ਨਾ, ਹਾਂਜੀ ਇਹਦੇ ਤੇ ਗੁਰੂ ਸਾਹਿਬ ਦਾ ਇੱਕ ਸਾਨੂੰ ਸਿਧਾਂਤ ਦਿੱਤਾ ਹੋਇਆ ਜਾਂ ਕਹਿ ਲਓ ਉਪਦੇਸ਼ ਦਿੱਤਾ ਹੋਇਆ ਵੀ ਬੱਧਾ ਚੱਟੀ ਜੋ ਪਰੇ, ਨਾ ਗੁਣ ਨਾ ਉਪਕਾਰ, ਛੇਤੀ ਖੁਸ਼ੀ ਸਵਾਰੀਏ ਨਾਨਕ ਕਾਰਜ ਸਾਰ। ਅਸੀਂ ਵੱਧੇ ਰੁੱਧੇ ਉਹਨਾਂ ਨੂੰ ਇਹ ਕਹਿ ਕੇ ਜਿਹੜਾ ਜਾ ਕੇ ਆਪਣੀ ਵਲੰਟੀਅਰੀ ਤੌਰ ਤੇ ਜਾਣਾ ਖਾਲਸਾ ਏਡ ਦੇ ਨਾਲ ਸੇਵਾ ਕਰਾਉਣੀ, ਉਹ ਗੱਲ ਵੱਖਰੀ ਆ ਖੁਸ਼ੀ ਨਾਲ। ਪਰ ਉਹ ਪੜ੍ਹਨ ਆਏ ਸੀ ਵਿਦਿਆਰਥੀ, ਉਹਨਾਂ ਦੀਆਂ ਮਾਵਾਂ ਬੱਚੀਆਂ ਸਾਡੀਆਂ ਤੇ ਉਹਨਾਂ ਦੇ ਬੱਚੇ ਜਿਹੜੇ ਆ ਉਹਨਾਂ ਦੇ ਮਾਪੇ ਬੈਠੇ ਉਡੀਕ ਰਹੇ ਆ। ਉਹ ਸਰਕਾਰ ਤੇ ਦਬਾਅ ਪਾਉਣਾ ਚਾਹੀਦਾ ਸਗੋਂ ਤੇ ਉਹਨਾਂ ਨੂੰ ਜਿਸ ਤਰ੍ਹਾਂ ਵੀ ਕੱਢਿਆ ਜਾ ਸਕਦਾ ਉੱਥੋਂ ਕੱਢਿਆ ਜਾਵੇ। ਹਾਂ ਕੋਈ ਖੁਸ਼ੀ ਨਾਲ ਖਾਲਸਾ ਏਡ ਨਾਲ ਕੋਈ ਸੇਵਾ ਕਰਾਉਣੀ ਚਾਹੁੰਦਾ ਜਾਂ ਕਰ, ਉਹ ਗੱਲ ਵੱਖਰੀ ਆ ਇੱਕ, ਕਿਉਂਕਿ ਉਹਨਾਂ ਦਾ ਉੱਥੇ ਪਿੱਛੇ
ਸਗੋਂ ਜੇ ਸਾਡੀ ਇਹ ਗੱਲ ਕਹਿਣ ਦੇ ਨਾਲ ਸਰਕਾਰਾਂ ਤਾਂ ਅੱਗੇ ਬਹੁਤ ਢਿੱਲੀਆਂ ਸਾਡੀਆਂ, ਆਪਣੀ ਹੋਰ ਢਿੱਲੇ ਹੋ ਜਾਣੇ ਜੀ, ਨਹੀਂ ਤਾਂ ਲੜਨਾ ਉੱਥੇ ਇਹਨਾਂ ਨੇ ਇਰਾਦੇ ਬਦਲ ਲਏ। ਸੋ ਇਸ ਕਰਕੇ ਸਾਨੂੰ ਦਬਾਅ ਪਾਉਣਾ ਚਾਹੀਦਾ ਆਪਣੀ ਸਰਕਾਰ ਉੱਤੇ, ਆਪਣੇ ਬੱਚਿਆਂ ਨੂੰ ਵਾਪਸ ਕੱਢਿਆ ਜਾਵੇ। ਦੂਸਰੀ ਗੱਲ ਕਰਨੀ ਹੈ ਗਗਨਦੀਪ ਸਿੰਘ ਜੀ, ਮੈਂ ਜਿਹੜੀ ਨਾ ਤੁਸੀਂ ਖਬਰ ਛੋਟੀ ਜਿਹੀ ਦਿੱਤੀ ਆ, ਉਹ ਬਹੁਤ ਅਹਿਮ ਖਬਰ ਆ ਸਾਡੇ ਵਾਸਤੇ। ਉਹ ਆ 12ਵੀਂ ਦੀ ਕਿਤਾਬ ਦੇ ਵਿੱਚ ਸਕੂਲ ਸਿੱਖਿਆ ਬੋਰਡ ਵੱਲੋਂ ਜੋ ਗੁਰੂ ਸਾਹਿਬਾਂ ਬਾਰੇ ਪਾਠ ਪੁਸਤਕ ਦੇ ਵਿੱਚ ਦਿੱਤਾ ਗਿਆ ਨਾ, ਉਹ ਸਾਡੀ ਰਸਨਾ ਆਗਿਆ ਨਹੀਂ ਦਿੱਤੀ ਜੋ ਗੁਰੂ ਤੇਗ ਬਹਾਦਰ ਸਾਹਿਬ ਬਾਰੇ, ਬਾਬਾ ਬੰਦਾ ਸਿੰਘ ਬਾਰੇ ਲਿਖਿਆ ਗਿਆ। ਸਾਡੀ ਰਸਨਾ ਆਗਿਆ ਨਹੀਂ ਦਿੰਦੀ ਉਹ ਸ਼ਬਦ ਵਰਤੇ ਗਏ ਗੁਰੂ ਤੇਗ ਬਹਾਦਰ ਸਾਹਿਬ ਲਈ ਤੇ ਬਾਬਾ ਬੰਦਾ ਸਿੰਘ ਬਹਾਦਰ ਵਾਸਤੇ। ਏਦਾਂ ਗੁਰੂ ਹਰਰਾਏ ਸਾਹਿਬ ਜੀ ਵਾਸਤੇ ਜੋ ਸ਼ਬਦ ਵਰਤੇ ਗਏ ਆ, ਕੋਈ ਵੀ ਸਿੱਖ ਆਪਣੀ ਰਸਨਾ ਤੋਂ ਸ਼ਬਦ ਨਹੀਂ ਵਰਤ ਸਕਦਾ। ਤੇ ਉਹਦੇ ਵਾਸਤੇ ਅੱਜ ਕਿਸਾਨ ਮੋਰਚੇ ਦੇ ਆਗੂ ਬਲਦੇਵ ਸਿੰਘ ਸਿਰਸਾ ਨੇ ਮੋਰਚਾ ਲਾਇਆ ਹੋਇਆ ਤੇ ਉਹਨੇ ਸੱਦਾ ਦਿੱਤਾ। ਅਸੀਂ ਆਪਣੀ ਵੱਲੋਂ ਤੁਹਾਨੂੰ ਵੀ ਕਹਿੰਦੇ ਆ ਕਿ ਜਾ ਕੇ ਉਹ ਪਾਠ ਪੁਸਤਕਾਂ ਦੇ ਬੰਦ ਕਰਾਈਆਂ ਜਾਣ, ਉਹ ਬੈਨ ਕਰਾਇਆ ਜਾਵੇ। ਬਹੁਤ ਹੀ ਮੋਹਾਲੀ ਦੇ ਵਿੱਚ ਅੱਜ ਮੋਹਾਲੀ ਦੇ ਵਿੱਚ ਇਕੱਠ ਵੀ ਆ ਜੀ ਪੰਜਾਬ ਬੋਰਡ ਐਜੂਕੇਸ਼ਨ ਦੇ ਦਫ਼ਤਰ ਦੇ ਸਾਹਮਣੇ। ਹਾਂਜੀ ਸਕੂਲ ਸਿੱਖਿਆ ਬੋਰਡ ਦੇ ਦਫ਼ਤਰ ਦੇ ਸਾਹਮਣੇ ਉਹਨੇ ਧਰਨਾ ਦਿੱਤਾ ਹੋਇਆ। ਵੱਧ ਤੋਂ ਵੱਧ ਅਸੀਂ ਜਿੰਨੇ ਵੀ ਤੁਹਾਡੇ ਰਿਲੇਸ਼ਨ ਪਿੱਛੇ ਹੈਗੇ, ਤੁਸੀਂ ਆਪਣੇ ਮੀਡੀਆ ਰਾਹੀਂ ਵੀ ਕਹੋ ਉੱਥੇ ਜਾ ਕੇ। ਇਹ ਸਾਡੇ ਲਈ ਜਾਣੀ ਕਿ ਡੁੱਬ ਮਰਨ ਵਾਲੀ ਗੱਲ ਆ। ਇੰਨੀ ਜੇ ਤੁਸੀਂ ਉਹ ਪੜ੍ਹੋ ਨਾ, ਪੜ੍ਹਿਆ ਨਹੀਂ ਜਾਂਦਾ। ਉਹ ਬਲਦੇਵ ਸਿੰਘ ਪੜ੍ਹ ਕੇ ਸੁਣਾ ਰਹੇ ਆ। ਉਹ ਹੁਣ ਮੈਨੂੰ ਫਿਰ ਮੈਂ ਕਹਿੰਦਾ ਮੇਰੀ ਆਤਮਾ ਨਹੀਂ ਮੰਨਦੀ ਵੀ ਮੈਂ ਤੁਹਾਨੂੰ ਦੱਸਾਂ ਵੀ ਕੀ ਲਿਖਿਆ ਗੁਰੂ ਤੇਗ ਬਹਾਦਰ ਸਾਹਿਬ। ਇੱਕ ਰੰਧਾਵਾ ਸਾਹਿਬ ਜਾਣਕਾਰੀ ਜਿਹੜੀ ਆ ਉਹ ਦਰਸ਼ਕਾਂ ਦੇ ਨਾਲ ਤੇ ਤੁਹਾਡੇ ਨਾਲ ਵੀ ਮੈਂ ਸਾਂਝੀ ਕਰਨੀ ਚਾਹੁੰਦਾ ਆ ਕਿ ਜਿਹੜੀ ਕਰਨਾਟਕ 'ਚ ਹਿਜਾਬ ਤੇ ਗੱਲਬਾਤ ਹੋਈ ਸੀਗੀ, ਉਹਦਾ ਵੀ ਮਸਲਾ ਕਾਫੀ ਭਖਿਆ ਤੇ ਉਸ ਨੇ ਜਿਹੜਾ ਆ ਸਰਕਾਰ ਨੂੰ ਜਿਹੜਾ ਆ ਚੈਲੰਜ ਕੀਤਾ ਕਿ ਸਿੱਖਾਂ ਦੀ ਜਿਹੜੀ ਆ ਪੱਗ ਤੁਸੀਂ ਉਹ ਉਤਾਰ ਕੇ ਦਿਖਾਓ ਤੇ ਜਿਹੜਾ ਆ ਉਹਨਾਂ ਨੂੰ ਕਾਲਜ ਦੇ ਵਿੱਚ ਜਾਣ ਤੋਂ ਰੋਕੋ। ਤੇ ਉਸ ਤੇ ਵੀ ਜਿਹੜਾ ਆ ਸਰਕਾਰ ਨੇ ਜਿਹੜਾ ਕਾਫੀ ਕਰੜੇ ਜਿਹੜੇ ਨੇ ਉਹ ਆਪਣੇ ਫੈਸਲੇ ਲਏ ਨੇ ਤੇ ਜਿਹੜਾ ਆ ਸਕੂਲਾਂ ਕਾਲਜਾਂ ਦੇ ਵਿੱਚ ਜਿਹੜਾ ਆ ਧਾਰਮਿਕ ਚਿੰਨ੍ਹ ਪਾ ਕੇ ਜਾਣ ਤੋਂ ਵੀ ਜਿਹੜਾ ਆ ਗੱਲ ਜਿਹੜੀ ਆ ਸੁਣਨ ਦੇ ਵਿੱਚ ਆ ਰਹੀ ਹੈ ਕਿ ਉੱਥੇ ਮਨਾਹੀ ਹੋ ਰਹੀ ਹੈ। ਤੇ ਕੱਲ੍ਹ ਨੂੰ ਤਾਂ ਜਿਹੜਾ ਆ ਪੰਜਾਬ ਦੇ ਸਕੂਲਾਂ ਦੇ ਵਿੱਚ ਸਾਨੂੰ ਜਿਹੜੀ ਆ ਦਸਤਾਰ ਜਾਂ ਕੜਾ ਜਾਂ ਸ਼੍ਰੀ ਸਾਹਿਬ ਜਿਹੜਾ ਕੋਈ ਸਿੱਖ ਪੰਜ ਕਕਾਰਾਂ ਦਾ ਧਾਰਨੀ ਆ ਉਸ ਨੂੰ ਆਗਿਆ ਨਹੀਂ ਹੋਏਗੀ। ਤੇ ਉਸ ਤੋਂ ਬਾਅਦ ਜਿਹੜਾ ਪੰਜਾਬ ਬੋਰਡ ਦੇ ਵਿੱਚ ਬਲਦੇਵ ਸਿੰਘ ਸਿਰਸਾ ਲੈ ਕੇ ਬੈਠੇ ਆ ਨਾ, ਉਹ ਸਾਡਾ ਬਹੁਤ ਅਹਿਮ ਆ। ਤੇ ਮੈਂ ਆਪਣੀ ਵੱਲੋਂ ਵੀ, ਤੁਸੀਂ ਵੀ ਆਪਣੀ ਵੱਲੋਂ, ਅਸੀਂ ਕਹਿੰਦੇ ਵੱਧ ਤੋਂ ਵੱਧ ਉਹ ਬਲਦੇਵ ਸਿੰਘ ਸਿਰਸਾ ਦੀ ਮੋਰਲ ਸਪੋਰਟ ਕਰੋ। ਉਹਦੇ ਨਾਲ ਉੱਥੇ ਜਾ ਕੇ ਬੈਠੋ, ਉਹਨਾਂ ਦੇ ਜਿੰਨਾ ਵੱਡਾ ਪ੍ਰੈਸ਼ਰ ਬਣੂਗਾ ਉਹਨਾਂ ਉਹ ਜਿਹੜੀਆਂ 12ਵੀਂ ਦੀਆਂ ਕਿਤਾਬਾਂ ਨਾ ਉਹ ਸਿਲੇਬਸ ਚੋਂ ਬੰਦ ਹੋਣਗੀਆਂ। ਉਹ ਸਾਡਾ ਇੱਕ ਤਰ੍ਹਾਂ ਦੇ ਨਾਲ ਧਾਰਮਿਕ ਮੁੱਦਾ, ਸਾਡੀ ਹੋਂਦ ਦਾ ਮੁੱਦਾ, ਸਾਡੀ ਅਣਖ ਦਾ, ਸਾਡੀ ਗੈਰਤ ਦਾ ਮੁੱਦਾ ਆ। ਬਾਕੀ ਭੋਗਲ ਸਾਹਿਬ ਦੀ ਮੈਂ ਸਿਫਤ ਕਰਦਾ ਹੁੰਦਾ ਹਮੇਸ਼ਾ ਹੀ, ਬਹੁਤ ਵਧੀਆ ਪੜ੍ਹ ਕੇ ਜਾਂਦੇ ਆ, ਨਜ਼ਮ ਵੀ ਆਪਣੀ, ਵਿਚਾਰ ਵੀ ਆਪਣੇ ਦੇ ਕੇ ਜਾਂਦੇ ਆ। ਤੇ ਇਹ ਗੱਲ ਜਿਹੜੀ ਸੀ ਨਾ ਮੈਂ ਖਾਸ ਕਰਕੇ ਲਿਆਉਣੀ। ਤੇ ਤੀਸਰੀ ਗੱਲ, ਗੁਰੂ ਗੋਬਿੰਦ ਸਿੰਘ ਜੀ ਬਾਰੇ ਤੁਸੀਂ ਕਿਹਾ, ਉਹ ਭਾਈ ਨੰਦ ਲਾਲ ਜੀ ਨੂੰ ਜ਼ਰੂਰ ਪੜ੍ਹੋ। ਗੁਰੂ ਗੋਬਿੰਦ ਸਿੰਘ ਜੀ ਬਾਰੇ ਉਹ ਲਿਖਦੇ ਆ ਵੀ ਜਿੰਨਾ ਕੁਛ ਲਿਖਿਆ ਨਾ ਉਹ ਬਹੁਤ ਕੁਛ ਆ, ਪਰ ਇੱਕ ਪੰਕਤੀ ਉਹਦੇ ਵਿੱਚ ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ, ਕਾਦਰੇ ਹਰ ਕਾਰ ਗੁਰੂ ਗੋਬਿੰਦ ਸਿੰਘ। ਗੁਰੂ ਗੋਬਿੰਦ ਸਿੰਘ ਜੀ ਸਰਬ ਕਲਾ ਸਮਰੱਥ ਆ, ਉਹ ਹਰ ਕੰਮ ਨੂੰ ਕਰਨ ਦੇ ਆਪ ਕਰਤਾ ਧਰਤਾ ਆ। ਭਾਈ ਨੰਦ ਲਾਲ ਜੀ ਨੂੰ ਜ਼ਰੂਰ ਪੜ੍ਹੋ ਜੋ ਗੁਰੂ ਗੋਬਿੰਦ ਸਿੰਘ ਜੀ ਬਾਰੇ ਭਾਈ ਨੰਦ ਲਾਲ ਜੀ ਨੇ ਆਪਣੀ ਰਚਨਾ ਦੇ ਵਿੱਚ ਲਿਖਿਆ। ਬਸ ਮੈਂ ਇੰਨੀਆਂ ਗੱਲਾਂ ਕਰਨੀਆਂ ਸੀ। ਬਾਕੀ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੁੰਦਾ। ਬੇਟੀ ਰੂਹੀ ਕੌਰ ਜੀ ਤੁਹਾਡਾ ਪ੍ਰੋਗਰਾਮ ਵੀ, ਤੇ ਗਗਨਦੀਪ ਸਿੰਘ ਜੀ ਤੁਹਾਡਾ ਮਾਈਂਡ ਨਾ ਕਰੋ, ਮੈਂ ਰੂਹੀ ਕੌਰ ਕਿਹਾ ਕਰਨਾ ਤੁਹਾਨੂੰ ਕਿਉਂਕਿ ਤੁਸੀਂ ਇਸ ਵੇਲੇ ਐਨ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਤੁਹਾਡੇ ਦੋਨਾਂ ਬੱਚਿਆਂ ਉੱਤੇ, ਸੱਚੇ ਪਾਤਸ਼ਾਹ ਦਾ ਹੱਥ ਆ। ਇਸੇ ਤਰ੍ਹਾਂ ਤੁਸੀਂ ਇਤਿਹਾਸ ਨਾਲ ਜੁੜੀਆਂ ਖਬਰਾਂ, ਇਤਿਹਾਸ ਨਾਲ ਜੁੜੇ ਵਰਤਾਂਤ ਜਿਹੜੇ ਆ ਉਹ ਪਿਆਰ ਨਾਲ ਦਿੰਦੇ ਹੋ, ਸੁਣਦੇ ਆ। ਤੁਹਾਨੂੰ ਬਹੁਤ ਦੇ ਸਰੋਤੇ ਜਿਹੜੇ ਸਲਾਹਿਆ ਜਾਂਦਾ ਤੁਹਾਡਾ ਪ੍ਰੋਗਰਾਮ। ਮੈਂ ਬਸ ਇੰਨੀਆਂ ਗੱਲਾਂ ਕਰਾਂ। ਮੈਂ ਫੇਰ ਆਖਰ ਵਿੱਚ ਭੋਗਲ ਸਾਹਿਬ ਦਾ ਬਹੁਤ ਧੰਨਵਾਦ ਕਰਦਾ। ਉਹ ਬੜਾ 4 ਚੈਨਲ ਲਾਉਂਦੇ ਆ ਪ੍ਰੋਗਰਾਮ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਮੈਂ ਦਰਸ਼ਕਾਂ ਦੇ ਨਾਲ ਇੱਕ ਗੱਲ ਹੋਰ ਸਾਂਝੀ ਕਰਨਾ ਚਾਹਾਂਗਾ ਕਿ ਜਿਵੇਂ ਹੁਣ ਸਾਡੇ ਰੰਧਾਵਾ ਸਾਹਿਬ ਨੇ ਗੱਲ ਕੀਤੀ ਸੀਗੀ ਕਿ ਜਿਹੜਾ ਆ ਇਸ ਐਡੀਸ਼ਨ ਨੂੰ ਜਿਹੜਾ ਬੰਦ ਕਰਨਾ ਚਾਹੀਦਾ। ਰੂਹੀ ਜੀ ਮੈਂ ਇੱਕ ਗੱਲ ਦੇਖੀ ਹੈ ਕਿ ਜਿਵੇਂ ਪਹਿਲਾਂ ਗੁਰਬਿਲਾਸ ਪਾਤਸ਼ਾਹੀ 6ਵੀਂ ਇੱਕ ਗ੍ਰੰਥ ਜਿਹੜਾ ਆ ਛਾਪਿਆ ਗਿਆ ਸੀ, ਉਹਦੇ ਵਿੱਚ ਸ਼੍ਰੋਮਣੀ ਕਮੇਟੀ ਦੀ ਵੀ ਜਿਹੜੀ ਸ਼ਮੂਲੀਅਤ ਆ ਉਹਦੇ ਵਿੱਚ ਵੀ ਗੁਰੂ ਨਾਨਕ ਦੇਵ ਜੀ ਨੂੰ ਕਮਲਾ ਦੱਸਿਆ ਗਿਆ ਸੀਗਾ। 6ਵੇਂ ਪਾਤਸ਼ਾਹ ਬਾਰੇ ਵੀ ਜਿਹੜਾ ਆ ਉਲ ਜ਼ਲੂਲ ਬੋਲਿਆ ਗਿਆ ਸੀਗਾ। ਮਾਤਾ ਸਾਹਿਬ ਕੌਰ ਜੀ ਬਾਰੇ ਦੱਸਿਆ ਸੀਗਾ ਤੇ ਗੁਰੂ ਗੋਬਿੰਦ ਸਿੰਘ ਜੀ ਬਾਰੇ ਇਹ ਵੀ ਕਿਹਾ ਗਿਆ ਸੀਗਾ ਕਿ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਜਦੋਂ ਉਹਨਾਂ ਦੇ ਪੁੱਤਰ ਸ਼ਹੀਦ ਹੋ ਗਏ ਸੀਗੇ ਤੇ ਉਹ ਜਿਹੜਾ ਆ ਉਹ ਮਤਲਬ ਦਿਮਾਗੀ ਤੌਰ ਤੇ ਸੀ।
ਇਸ ਨੂੰ ਜਿਹੜਾ ਬੰਦ ਕਰਵਾਉਣ ਦਾ ਮਤਲਬ ਇਹ ਹੁੰਦਾ ਆ ਕਿ ਉਹ ਉਸ ਸਮੇਂ ਤਾਂ ਬੰਦ ਹੋ ਜਾਂਦਾ, ਬੈਨ ਹੋ ਜਾਂਦਾ ਆ। ਉਹ ਉਹਨਾਂ ਨੂੰ ਜਿਹੜਾ ਕਿਤਾਬਾਂ ਨੂੰ ਉਹ ਡਿਸਟਰੋਏ ਨਹੀਂ ਕਰਦੇ, ਸਾਨੂੰ ਡਿਸਟਰੋਏ ਕਰਾਉਣ ਤੱਕ ਵੀ ਜਿਹੜਾ ਆ ਇਹ ਜ਼ਿੰਮੇਵਾਰੀ ਨਿਭਾਉਣੀ ਪਏਗੀ। ਤੇ ਉਹ ਲਾਇਬ੍ਰੇਰੀਆਂ ਦੇ ਵਿੱਚ ਸੁਰੱਖਿਅਤ ਕੀਤੇ ਜਾਂਦੇ ਨੇ। ਜਦੋਂ 10 ਸਾਲ ਬਾਅਦ, 15 ਸਾਲ ਬਾਅਦ, 20 ਸਾਲ ਬਾਅਦ ਕਿਸੇ ਮੇਰੇ ਵਰਗੇ ਦੀ ਚਾਹਨਾ ਹੁੰਦੀ ਹੈ ਕਿ ਮੈਂ ਪੁਰਾਣਾ ਇਤਿਹਾਸ ਪੜ੍ਹਾਂ, ਪੁਰਾਣੀਆਂ ਕਿਤਾਬਾਂ ਪੜ੍ਹਾਂ ਸਿੱਖੀ ਸੰਬੰਧੀ, ਤਾਂ ਮੇਰੇ ਹੱਥ ਉਹ ਜੇ ਉਹ ਲੱਗ ਗਿਆ ਗ੍ਰੰਥ ਤਾਂ ਅੱਜ ਤੋਂ 10-15 ਸਾਲ ਬਾਅਦ ਜਾਂ ਇਹ ਕਹਿ ਸਕਦੇ ਹਾਂ ਕਿ ਸਾਡੀ ਤੀਜੀ ਪੀੜ੍ਹੀ ਦੇ ਹੱਥ ਲੱਗ ਗਿਆ, ਉਹ ਤਾਂ ਬਿਲਕੁਲ ਸੱਚ ਮੰਨਣਗੇ। ਕਿਉਂਕਿ ਇਸ ਕਰਕੇ ਜਿਹੜਾ ਵੀ ਚਾਹੇ ਉਹ +2 ਦਾ ਸਿਲੇਬਸ ਹੈ, ਚਾਹੇ ਉਹ ਖਤਮ ਕੀਤਾ ਗਿਆ ਆ, ਚਾਹੇ ਉਹਦੇ ਵਿੱਚ ਹੋਰ ਜਿਹੜਾ ਤੋੜ ਮਰੋੜ ਕੀਤੀ ਗਈ ਆ, ਚਾਹੇ ਇਸ ਤਰ੍ਹਾਂ ਦੇ ਗ੍ਰੰਥ ਨੇ ਕੋਈ ਵੀ, ਚਾਹੇ ਸ਼੍ਰੋਮਣੀ ਕਮੇਟੀ ਛਪਾਉਂਦੀ ਆ, ਚਾਹੇ ਕੋਈ ਵੀ ਸੰਸਥਾ ਛਪਾਉਂਦੀ ਆ, ਸਾਨੂੰ ਸਿਰੇ ਤੋਂ ਲੈ ਕੇ ਉਹਨਾਂ ਦੀਆਂ ਜਿਹੜੀਆਂ ਨੇ ਜਿੰਨੀਆਂ ਕਾਪੀਆਂ ਛਪੀਆਂ ਹੋਣਗੀਆਂ ਉਹਨਾਂ ਨੂੰ ਸਾਰਿਆਂ ਨੂੰ ਜਿਹੜਾ ਆ ਡਿਸਟਰੋਏ ਕਰਾਉਣਾ ਜ਼ਰੂਰੀ ਹੋਏਗਾ, ਤਾਂ ਕਿ ਜਿਹੜਾ ਆ ਇਹ ਇੱਕ ਤਰ੍ਹਾਂ ਦਾ ਵਾਇਰਲ ਜਿਹੜਾ ਆ ਉਹ ਅੱਗੇ ਨਾ ਹੋਵੇ। ਕਿਉਂਕਿ ਅਸੀਂ ਜਿਹੜਾ ਆ ਉਹ ਧਰਨੇ ਦੇ ਕੇ ਜਾਂ ਅਸੀਂ ਆਪਣਾ ਪ੍ਰੋਟੈਸਟ ਕਰਕੇ ਜਿਹੜਾ ਆ ਉਹ ਅਸੀਂ ਬੰਦ ਤਾਂ ਕਰਵਾ ਦਿੰਦੇ ਹਾਂ, ਪਰ ਉੱਥੇ ਸਾਡਾ ਜਿਹੜਾ ਆ ਮਸਲਾ ਉਹ ਹੱਲ ਜਿਹੜਾ ਹੋਣ ਵਾਲਾ ਨਹੀਂ ਹੁੰਦਾ। ਇਸੇ ਕਰਕੇ ਜਿਹੜਾ ਆ ਉਸ ਨੂੰ ਜਿਹੜਾ ਡਿਸਟਰੋਏ ਕਰਾਉਣਾ ਜ਼ਿਆਦਾ ਜ਼ਰੂਰੀ ਹੈ, ਤਾਂ ਕਿ ਜਿਹੜਾ ਆ ਇਹ ਦੁਬਾਰਾ ਜਿਹੜਾ ਆ ਮੁੱਦਾ ਜਾਂ ਇਹੀ ਕਿਤਾਬਾਂ ਜਿਹੜੀਆਂ ਦੁਬਾਰਾ ਸਾਡੇ ਆਉਣ ਵਾਲੇ ਪੀੜ੍ਹੀਆਂ ਦੇ ਵਿੱਚ ਹੱਥ ਨਾ ਲੱਗਣ ਜੀ। ਤੇ ਅਸੀਂ ਗੱਲ ਕਰ ਰਹੇ ਸੀਗੇ ਯੂਕਰੇਨ ਬਾਰੇ, ਤੇ ਕੀਵ ਦੀ ਜਿਹੜੀ ਆ ਇੰਡੀਪੈਂਡੈਂਸ ਰਿਪੋਰਟ ਮੁਤਾਬਕ 3500 ਜਵਾਨ ਮਾਰੇ ਗਏ ਹਨ ਤੇ 200 ਜਵਾਨਾਂ ਨੂੰ ਬੰਦੀ ਬਣਾ ਕੇ ਜਿਹੜਾ ਰੱਖਿਆ ਗਿਆ ਹੈ। ਮੁਲਕ ਦੇ ਰਾਸ਼ਟਰਪਤੀ ਜਿਹੜਾ ਵਲੋਦੋਮੀਰ ਜ਼ੇਲੈਂਸਕੀ ਨੇ ਅਮਰੀਕੀ ਵੱਲੋਂ ਜਿਹੜਾ ਅਮਰੀਕਾ ਵੱਲੋਂ ਉਸ ਨੂੰ ਸੁਰੱਖਿਅਤ ਕੱਢਣ ਦੀ ਜਿਹੜੀ ਆ ਦਿੱਤੀ ਗਈ ਪੇਸ਼ਕਸ਼ ਨੂੰ ਆਖਦਿਆਂ ਵੀ ਜਿਹੜਾ ਉਹ ਨਕਾਰ ਦਿੱਤਾ ਹੈ, ਨਾ ਕਰ ਦਿੱਤੀ ਗਈ ਹੈ। ਉਹ ਮੁਲਕ 'ਚ ਰਹਿ ਕੇ ਹੀ ਲੜਨਗੇ। ਤੇ ਕੀਵ ਦੇ ਮੇਅਰ ਨੇ ਸ਼ਹਿਰ ਵਿੱਚ ਕਰਫਿਊ ਦਾ ਜਿਹੜਾ ਸਮਾਂ 5 ਵਜੇ ਤੋਂ ਅਗਲੇ ਸਵੇਰ 8 ਵਜੇ ਤੱਕ ਜਿਹੜਾ ਹੈ ਕਰ ਦਿੱਤਾ ਹੈ। ਪਹਿਲਾਂ ਇਹ ਰਾਤ 10 ਵਜੇ ਤੋਂ ਸਵੇਰੇ 7 ਵਜੇ ਤੱਕ ਜਿਹੜਾ ਆ ਉਹ ਲਗਾਇਆ ਗਿਆ ਸੀ ਜੀ। ਇਸ ਦੌਰਾਨ ਨਾਟੋ ਨੇ ਪੂਰਬ ਵਿੱਚ ਆਪਣੇ ਮੈਂਬਰ ਮੁਲਕਾਂ ਦੀ ਰਾਖੀ ਵਿੱਚ ਮਦਦ ਲਈ ਗੱਠਜੋੜ ਦੀ ਫੌਜ ਭੇਜਣ ਦਾ ਫੈਸਲਾ ਲਿਆ ਹੈ। ਨਾਟੋ ਨੇ ਇਹ ਨਹੀਂ ਦੱਸਿਆ ਕਿ ਕਿੰਨੀ ਕੁ ਫੌਜ ਤਾਇਨਾਤ ਕੀਤੀ ਜਾਵੇਗੀ, ਪਰ ਇਹ ਧਰਤੀ, ਸਮੁੰਦਰ ਤੇ ਹਵਾਈ ਖੇਤਰ ਦੇ ਸਰਗਰਮ ਰਹੇਗੀ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਯੂਕਰੇਨ ਨੂੰ ਵਾਧੂ ਸੁਰੱਖਿਆ ਮਦਦ ਦੇਣ ਲਈ $35 ਕਰੋੜ ਦੇ ਪੱਤਰ ਤੇ ਦਸਤਖਤ ਕੀਤੇ ਨੇ। ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਨੇ ਚੇਤਾਵਨੀ ਦਿੱਤੀ ਕਿ ਯੂਕਰੇਨ ਤੇ ਰੂਸ ਤੇ ਹਮਲੇ ਕਾਰਨ ਯੂਰੋਪੀਅਨ ਲੋਕਾਂ ਲਈ ਗੰਭੀਰ ਸਿੱਟੇ ਨਿਕਲਣਗੇ। ਉੱਤਰੀ ਐਟਲਾਂਟਿਕ ਸਮਝੌਤਾ ਸੰਸਥਾ ਨਾਟੋ ਫਰੇਮਵਰਕ ਅਧੀਨ ਫਰਾਂਸ ਵੱਲੋਂ ਰੋਮਾਨੀਆ ਵਿੱਚ 500 ਜਵਾਨ ਤਾਇਨਾਤ ਕੀਤੇ ਜਾਣਗੇ। ਫਰਾਂਸੀਸੀ ਅਖਬਾਰ ਲੀ ਫਿਗਾਰੋ ਨੇ ਫਰਾਂਸ ਹਥਿਆਰ ਬਲਾਂ ਦੇ ਚੀਫ ਆਫ ਸਟਾਫ ਜਨਰਲ ਥੀਰੀ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। ਬਿਲਕੁਲ ਜੀ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ। ਜਿਵੇਂ ਸਾਡੇ ਰੰਧਾਵਾ ਸਾਹਿਬ ਨੇ ਸਾਨੂੰ ਕਿਹਾ ਕਿ ਸਾਨੂੰ ਆਪਣੀ ਪੰਜਾਬੀ ਮਾਂ ਬੋਲੀ, ਆਪਣੇ ਇਤਿਹਾਸ ਬਾਰੇ ਲੜਨਾ ਜ਼ਰੂਰ ਪੈਣਾ। ਜਿੰਨੇ ਵੀ ਸਾਡੇ ਇਸ ਪ੍ਰੋਗਰਾਮ ਨੂੰ ਦਰਸ਼ਕ ਸੁਣਨੇ ਨੇ, ਤੇ ਮੈਂ ਇੱਕ ਵਾਰ ਫੇਰ ਜਿਹੜੀ ਆ ਬੇਨਤੀ ਕਰਨਾ ਚਾਹਾਂਗਾ ਕਿ ਉਹ ਆਪਣੇ ਰਿਸ਼ਤੇ ਸਾਕ ਸੰਬੰਧੀਆਂ ਨੂੰ, ਆਪਣੇ ਯਾਰਾਂ ਮਿੱਤਰਾਂ ਨੂੰ ਪੰਜਾਬ ਦੇ ਵਿੱਚ ਫੋਨ ਕਰਕੇ ਜਿਹੜਾ ਆ ਇਸ ਦੀ ਇਤਲਾਹ ਦੇਣ ਕਿ ਪੰਜਾਬ ਐਜੂਕੇਸ਼ਨ ਬੋਰਡ ਦੇ ਮੋਹਾਲੀ ਦੇ ਵਿੱਚ ਜਿਹੜਾ ਉਹਨਾਂ ਦਾ ਦਫ਼ਤਰ ਹੈ, ਉੱਥੇ ਜਿਹੜਾ ਪ੍ਰੋਟੈਸਟ ਚੱਲ ਰਿਹਾ, ਧਰਨਾ ਚੱਲ ਰਿਹਾ, ਉਹਦੇ ਵਿੱਚ ਜ਼ਰੂਰ ਸ਼ਮੂਲੀਅਤ ਕਰਨ, ਤਾਂ ਕਿ ਜਿਹੜਾ ਆ ਸਾਡੀਆਂ ਸਿੱਖ ਇਤਿਹਾਸਾਂ ਤੇ ਜਿਹੜਾ ਸਾਡੇ ਧਾਰਮਿਕ ਹਮਲੇ ਹੋ ਰਹੇ ਨੇ ਉਹਨਾਂ ਤੋਂ ਅਸੀਂ ਬਚੀਏ ਤੇ ਆਪਣੀ ਪੰਜਾਬੀ, ਹਾਂਜੀ, ਪੰਜਾਬੀ ਮਾਂ ਬੋਲੀ ਨੂੰ ਜਿਹੜਾ ਆ ਉਹ ਅਸੀਂ ਬਚਾ ਸਕੀਏ। ਬਿਲਕੁਲ ਜੀ। ਤੇ ਇਹ ਸੀ ਅੱਜ ਦਾ ਸਾਡਾ ਪ੍ਰੋਗਰਾਮ। ਰੂਹੀ ਗਰੋਵਰ ਜੀ ਨੂੰ ਤੇ ਗਗਨਦੀਪ ਸਿੰਘ ਅਨੰਦਪੁਰੀ ਨੂੰ ਦਿਓ ਇਜਾਜ਼ਤ। ਨਵਾਂ ਪ੍ਰੋਗਰਾਮ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਉਦੋਂ ਤੱਕ ਸਤਿ ਸ਼੍ਰੀ ਅਕਾਲ।